ਕੋ ਤੂ ਠਾਕੁਰ ਊਚ ਭਗਵਾਨਾ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਭੁਲਾਵੋ ਤਿਉ ਨਾਨਕ ਦਾਸ ਬੋਲੇ। ਚਵਰ ਸ਼ਦਰ ਤਖਤ ਦੇ ਮਾਲਕ, ਸ਼ਾਹੇ ਸ਼ਹਿਨਸ਼ਾਹ ਬਾਦਸ਼ਾਹ ਦਰਵੇਸ਼, ਦਸਾਂ ਗੁਰਾਂ ਦੀ ਪਾਵਨ ਪਵਿੱਤਰ ਜੋਤ, ਸ਼ਬਦ ਗੁਰੂ ਅਵਤਾਰ, ਹਾਜ਼ਰਾ ਹਜ਼ੂਰ ਜ਼ਾਹਿਰਾ ਜ਼ਹੂਰ, ਦੋ ਜਹਾਨ ਕੇ ਵਾਲੀ, ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਜੁੜੀ ਹੋਈ ਗੁਰੂ ਰੂਪ, ਗੁਰੂ ਸਵਾਰੀ, ਗੁਰੂ ਪਿਆਰੀ, ਗੁਰੂ ਦੁਲਾਰੀ, ਗੁਰੂ ਨਿਆਰੀ ਸਾਧ ਸੰਗਤ ਜੀ, ਧੰਨ ਧੰਨ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਮਹਾਰਾਜ ਬਖਸ਼ਿਸ਼ ਕਰਨ, ਸਾਡੇ ਸਾਰਿਆਂ ਦੇ ਮਨ ਬਿਰਤੀਆਂ ਇਕਾਗਰ ਕਰਕੇ ਆਪਣੇ ਚਰਨਾਂ ਵਿੱਚ ਜੋੜਨ। ਬਹੁਤ ਹੀ ਸਤਿਕਾਰਯੋਗ ਹੈਡ ਗ੍ਰੰਥੀ ਸਾਹਿਬਾਨ ਜੀ ਨੇ ਵੱਡਮੁੱਲੇ ਬਚਨ ਆਪ ਸਾਰਿਆਂ ਨਾਲ ਸਾਂਝੇ ਕੀਤੇ ਕਿ ਅੱਜ ਦੀ ਦੁਨੀਆ ਦੇ ਵਿੱਚ ਪ੍ਰਚਾਰ ਦੇ ਵੱਖ-ਵੱਖ ਤਰੀਕਿਆਂ ਦੀ ਲੋੜ ਹੈ। ਚੱਲ ਰਹੀ ਲੜੀਵਾਰ ਕਥਾ ਦਾ ਸ਼ਬਦ ਟੂਕ ਮਾਤਰ ਆਪ ਸਾਰਿਆਂ ਦੇ ਨਾਲ ਵਿਚਾਰ ਸਾਂਝੇ ਕਰਨੇ ਹਨ। ਅਕਸਰ ਇਹ ਗੱਲ ਕਹੀ ਜਾਂਦੀ ਹੈ ਕਿ ਗੁਰਬਾਣੀ ਦੀ ਕਥਾ, ਗੁਰਬਾਣੀ ਦੇ ਵਿਚਾਰ ਕੇਵਲ ਤੇ ਕੇਵਲ ਗੁਰੂ ਨਾਨਕ ਸਾਹਿਬ ਮਹਾਰਾਜ ਆਪ ਹੀ ਕਰ ਸਕਦੇ ਨੇ। ਅਸੀਂ ਦੁਨਿਆਵੀ ਜੀਵ ਕੋਸ਼ਿਸ਼ ਕਰ ਸਕਦੇ ਹਾਂ ਸ਼ਬਦ ਗੁਰੂ ਨੂੰ ਸਮਝਣ ਦੀ, ਤੇ ਕਿੱਥੇ 0.00001% ਸਮਝ ਆ ਜਾਵੇ ਤੇ ਉਹਨੂੰ ਆਪਣੇ ਜੀਵਨ ਦੇ ਵਿੱਚ ਇੰਪਲੀਮੈਂਟ ਕਰ ਸਕੀਏ, ਤਾਂ ਕਿ ਜੋ ਆਸੇ ਦੇ ਨਾਲ, ਜਿਸ ਵਿਜ਼ਨ ਦੇ ਨਾਲ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਸਾਨੂੰ ਪਿਆਰ ਭਰਪੂਰ ਭਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਣੀ ਬਖਸ਼ਿਸ਼ ਕੀਤੀ, ਉਸ ਬਾਣੀ ਦੇ ਆਧਾਰ ਤੇ ਆਪਣਾ ਜੀਵਨ ਜੀ ਸਕੀਏ। ਸੋ ਅੱਜ ਦਾ ਸ਼ਬਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ 399 ਅੰਗ ਤੇ ਸੁਸ਼ੋਭਿਤ ਹਨ। ਆਸਾ ਰਾਗ ਦੇ ਵਿੱਚ ਪੰਜਵੇਂ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਪਵਿੱਤਰ ਰਸਨਾ ਮੁਖਾਰ ਬਿੰਦ ਤੋਂ ਉਚਾਰਨ ਹੋਈ ਧੁਰ ਕੀ ਬਾਣੀ। ਆਸਾ ਮਹੱਲਾ ਪੰਜਵਾ। ਰਾਗ ਦਾ ਨਾਮ ਆਸਾ ਹੈ ਸਾਧ ਸੰਗਤ ਜੀ, ਔਰ ਇਹ ਆਸਾ ਹੀ ਸਾਡੇ ਮਨ ਦੇ ਵਿੱਚ ਭਰਦਾ ਹੈ ਪੋਜ਼ਿਟਿਵਿਟੀ, ਆਪਟਿਮਿਜ਼ਮ, ਜਿਹਨੂੰ ਆਪਾਂ ਚੰਗੀ ਸੋਚ ਕਹਿ ਦਿੰਦੇ ਹਾਂ। ਅੰਮ੍ਰਿਤ ਵੇਲੇ ਆਸਾ ਜੀ ਦੇ ਵਾਰ ਦੇ ਕੀਰਤਨ ਸੁਣੇ। ਇਹ ਗੁਰੂ ਮਹਾਰਾਜ ਨੇ ਮਰਿਆਦਾ ਇਸੇ ਕਰਕੇ ਬਣਾਈ ਕਿ ਆਸਾ ਰਾਗ ਜਿਹੜਾ ਖਿੜਿਆ ਹੋਇਆ ਰਾਗ, ਦਿਨ ਦੀ ਸ਼ੁਰੂਆਤ ਭੈੜੇ ਗੱਲਾਂ ਦੇ ਨਾਲ ਜਾਂ ਮਾੜੇ ਖਿਆਲਾਂ ਦੇ ਨਾਲ ਨਾ ਹੋਵੇ, ਇਸ ਕਰਕੇ ਆਸਾ ਦੀ ਵਾਰ ਦੇ ਕੀਰਤਨ ਦੀ ਮਰਿਆਦਾ ਸ਼ੁਰੂ ਹੋਈ। ਆਸਾ ਰਾਗ ਕੇਵਲ ਤੇ ਕੇਵਲ ਖਿੜਿਆ ਹੋਇਆ ਰਾਗ। ਗੁਰਬਾਣੀ ਦੇ ਜਿੰਨੇ ਵੀ ਸ਼ਬਦ ਸਾਰੇ ਦੇ ਸਾਰੇ ਪੋਜ਼ਿਟਿਵਿਟੀ ਨਾਲ ਭਰ ਦਿੰਦੇ ਨੇ ਸਾਡੇ ਦਿਨ ਨੂੰ। ਅੱਜ ਦਾ ਸ਼ਬਦ ਸਾਧ ਸੰਗਤ ਜੀ
ਦਰਬਾਰ ਸਾਹਿਬ, ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਇਹਦੀ ਉਸਾਰੀ ਦੀ ਸੋਚ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਤੋਂ ਸ਼ੁਰੂ ਹੋਈ। ਗੁਰੂ ਅਮਰਦਾਸ ਜੀ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਬਣਾਉਣ ਦੇ ਖਿਆਲ, ਆਪਣੇ ਵਿਚਾਰ ਸੋਢੀ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਨਾਲ ਡਿਸਕਸ ਕੀਤੇ। ਗੁਰੂ ਰਾਮਦਾਸ ਜੀ ਮਹਾਰਾਜ ਜੀ ਨੇ ਅੰਮ੍ਰਿਤ ਸਰੋਵਰ ਤਿਆਰ ਕਰਵਾਉਣ ਦਾ ਕਾਰਜ ਸ਼ੁਰੂ ਕੀਤਾ ਔਰ ਕਰਦੇ ਕਰਦੇ ਗੁਰੂ ਅਰਜਨ ਦੇਵ ਜੀ ਮਹਾਰਾਜ, ਸ਼ਹੀਦਾਂ ਦੇ ਸਰਤਾਜ, ਉਹਨਾਂ ਨੇ ਦਰਬਾਰ ਸਾਹਿਬ ਦੀ ਉਸਾਰੀ ਤੇ ਨਾਲੇ ਨਾਲੇ ਅੰਮ੍ਰਿਤ ਸਰੋਵਰ ਦੀ ਸੰਪੂਰਨਤਾ ਕਰਵਾਈ। ਇਹ ਜਾਣ ਕੇ ਬਹੁਤ ਮਾਣ ਮਹਿਸੂਸ ਹੋਵੇਗਾ ਕਿ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਰੀ ਆਰਕੀਟੈਕਚਰਲ ਵਿੱਦਿਆ, ਦਰਬਾਰ ਸਾਹਿਬ ਦੇ ਦਰਵਾਜ਼ੇ ਕਿੰਨੇ ਵੱਡੇ ਹੋਣ, ਕਿੰਨੇ ਛੋਟੇ ਹੋਣ, ਕਿੰਨਾ ਆਕਾਰ ਹੋਵੇ, ਦਰਸ਼ਨੀ ਡਿਓਢੀ, ਸਰੋਵਰ ਕਿੰਨਾ ਵੱਡਾ, ਇਹ ਸਾਰੀ ਦੀ ਸਾਰੀ ਆਰਕੀਟੈਕਚਰਲ ਗਾਈਡੈਂਸ ਧੰਨ ਧੰਨ ਸ੍ਰੀ ਗੁਰੂ ਅਮਰਦਾਸ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਆਪ ਤਿਆਰ ਕਰਵਾਇਆ। ਜਦੋਂ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਦਰਬਾਰ ਤਿਆਰ ਹੋਏ, ਉਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬੇਅੰਤ ਸ਼ਬਦ ਉਚਾਰਨ ਕੀਤੇ ਸ਼ੁਕਰਾਨੇ ਦੇ ਵਿੱਚ। ਆਪਣੇ ਗੁਰੂ, ਆਪਣੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਵਡਿਆਈਆਂ ਦੇ ਵਿੱਚ, ਉਹਨਾਂ ਦੇ ਪਰਉਪਕਾਰਾਂ ਨੂੰ ਚਿੰਤਨ ਕਰਦੇ ਹੋਏ, ਔਰ ਉਹਨਾਂ ਸ਼ਬਦਾਂ ਵਿੱਚੋਂ ਇੱਕ ਸ਼ਬਦ ਜਿਹੜਾ ਅੱਜ ਆਸਾਦ ਰਾਗ ਦੇ ਵਿੱਚ ਆਪਾਂ ਨੇ ਵਿਚਾਰ ਸ਼ਰਵਣ ਕਰਨੀ ਹੈ, ਇਹ ਸ਼ਬਦ ਉਹਨਾਂ ਸ਼ਬਦਾਂ ਦੇ ਵਿੱਚੋਂ ਸਾਧ ਸੰਗਤ ਜੀ ਜੋ ਉਸ ਸਮੇਂ ਦੇ ਵਿੱਚ ਇੱਕ ਸ਼ੁਕਰਾਨੇ ਰੂਪ ਦੇ ਵਿੱਚ ਖੁਸ਼ੀ ਕਹਿ ਸਕਦੇ ਹਾਂ ਕਿ ਆਪਣੇ ਗੁਰੂ ਜੀ ਦਾ ਸੁਪਨਾ ਪੂਰਾ ਹੋਇਆ। ਸਿੱਖੀ ਦੇ ਸੰਗਤਾਂ ਨੂੰ, ਜਗਤ ਨੂੰ ਇੱਕ ਸਿੱਖੀ ਦਾ ਸੈਂਟਰ ਮਿਲਿਆ ਔਰ ਉਸ ਨਿਸ਼ਾਨੇ ਦੇ ਨਾਲ ਸਾਧ ਸੰਗਤ ਜੀ, ਜਿਸ ਨਿਸ਼ਾਨੇ ਦੇ ਵਿੱਚ ਇਹੋ ਜਿਹੀ ਇਮਾਰਤ ਕਦੀ ਪਹਿਲੇ ਕਿਸੇ ਨੇ ਦੇਖੀ ਨਹੀਂ ਸੀਗੀ। ਆਪਾਂ ਸਾਰਿਆਂ ਨੂੰ ਪਤਾ ਹੈ, ਹਿੰਦੂ ਵੀਰ ਵੀ ਇੱਥੇ ਬੈਠੇ ਹੋਣੇ ਨੇ। ਮੰਦਿਰਾਂ ਦੀ ਜਿਹੜੀ ਆਰਕੀਟੈਕਚਰਲ ਇਮਾਰਤਾਂ ਹੈਗੀਆਂ ਸਾਧ ਸੰਗਤ ਜੀ, ਉਹ ਆਮ ਗਰਾਊਂਡ ਲੈਵਲ ਤੋਂ ਉੱਪਰ ਉੱਠ ਕੇ ਬਣਾਈਆਂ ਜਾਂਦੀਆਂ, ਪੌੜੀਆਂ ਚੜ੍ਹ ਕੇ ਆਪਾਂ ਉੱਪਰ ਜਾਂਦੇ ਹਾਂ। ਆਮ ਤੌਰ ਤੇ ਤਕਰੀਬਨ ਹਿੰਦੁਸਤਾਨ ਵਿੱਚ ਤੇ ਹਿੰਦੁਸਤਾਨ ਤੋਂ ਬਾਹਰ ਵੀ ਜਿੰਨੇ ਵੀ ਮੰਦਿਰ ਨੇ, ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੰਨੀਆਂ ਬਖਸ਼ਿਸ਼ਾਂ ਕੀਤੀਆਂ, ਕਹਿੰਦੇ ਗੁਰੂ ਦਰਬਾਰ 'ਚ ਆਈਏ ਤੇ ਨੀਵੇਂ ਹੋ ਕੇ ਆਈਏ। ਸਾਰਾ ਦਾ ਸਾਰਾ ਦਰਬਾਰ ਸਾਹਿਬ ਗਰਾਊਂਡ ਲੈਵਲ ਤੋਂ, ਸਰਫੇਸ ਲੈਵਲ ਤੋਂ ਨੀਵਾਂ ਤਿਆਰ ਕੀਤਾ ਗਿਆ। ਔਰ ਉਸ ਸਮੇਂ ਦਾ ਔਰ ਅੱਜ ਵੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਅਜੂਬਾ ਗੁਰੂ ਮਹਾਰਾਜ ਨੇ ਤਿਆਰ ਕੀਤਾ। ਸੋ ਉਹਨਾਂ ਸ਼ਬਦਾਂ ਦੇ ਵਿੱਚੋਂ ਇਹ ਸ਼ਬਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਉਚਾਰਨ ਕੀਤੇ। ਆਓ ਪਿਆਰ ਨਾਲ ਸ਼ਰਵਣ ਕਰੀਏ। ਉਦਮ ਕੀਆ ਕਰਾਇਆ, ਆਰੰਭ ਰਚਾਇਆ। ਮਹਾਰਾਜ ਗੁਰੂ ਰਾਮਦਾਸ ਜੀ ਮਹਾਰਾਜ, ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਜੀ, ਆਪ ਜੀ ਨੇ ਹੀ ਉਦਮ ਬਖਸ਼ਿਆ, ਆਪ ਨੇ ਹੀ ਉਦਮ ਬਖਸ਼ ਕੇ ਆਪ ਜੀ ਨੇ ਹੀ ਉਦਮ ਕਰਾਇਆ। ਔਰ ਇਹ ਕਾਰਜ ਜਿਹੜਾ ਆਰੰਭ ਹੋਇਆ, ਦਰਬਾਰ ਸਾਹਿਬ ਬਣ ਕੇ ਤਿਆਰ ਹੋਇਆ, ਇਹ ਆਪ ਜੀ ਨੇ ਹੀ ਕੀਤਾ। ਜਿਸ ਤਰ੍ਹਾਂ ਅਕਸਰ ਨਿਮਰਤਾ ਵਾਲੀਆਂ ਸੰਗਤਾਂ ਕਹਿ ਦਿੰਦੀਆਂ ਨੇ ਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਆਪ ਹੀ ਸਾਨੂੰ ਸੀਸਗੰਜ ਸਾਹਿਬ ਲੈ ਕੇ ਜਾਉਂਦੇ ਨੇ, ਉਹ ਆਪ ਹੀ ਸਾਡੇ ਕੋਲੋਂ ਸੇਵਾ ਲੈਂਦੇ ਨੇ, ਸਾਡੇ ਵੱਸ ਦੀ ਤੇ ਕੋਈ ਗੱਲ ਨਹੀਂ ਹੈਗੀ। ਨਾਮ ਜਪੇ
ਜਪ ਜੀਵਣਾ ਗੁਰ ਮੰਤਰ ਦ੍ਰਿੜਾਇਆ। ਗੁਰੂ ਮਹਾਰਾਜ ਕਹਿ ਰਹੇ ਨੇ ਅਸੀਂ ਨਾਮ ਜਪ ਰਹੇ ਹਾਂ ਔਰ ਜਪ ਜਪ ਕੇ ਜੀ ਰਹੇ ਹਾਂ। ਜਿਹੜੇ ਸਾਡੇ ਗੁਰੂ ਨੇ ਸਾਨੂੰ ਮੰਤਰ ਦ੍ਰਿੜਾਇਆ, ਮੰਤਰ ਪੱਕਾ ਕਰਵਾਇਆ। ਸਾਧ ਸੰਗਤ ਜੀ, ਹਰੇਕ ਇਨਸਾਨ ਦੇ ਜੀਵਨ ਜਿਉਣ ਦਾ ਕੋਈ ਨਾ ਕੋਈ ਰੀਜ਼ਨ, ਕੋਈ ਨਾ ਕੋਈ ਕਾਰਨ ਬਣ ਜਾਂਦਾ। ਕੋਈ ਆਪਣੀ ਪੜ੍ਹਾਈ ਕਰਕੇ ਜਿਉਂਦਾ, ਕੋਈ ਆਪਣੀ ਵਿਦਵਤਾ ਕਰਕੇ ਜੀਂਦਾ, ਕੋਈ ਆਪਣੇ ਕਾਰੋਬਾਰ ਕਰਕੇ ਜਿਉਂਦਾ, ਕੋਈ ਆਪਣੇ ਬੱਚਿਆਂ ਕਰਕੇ ਜਿਉਂਦਾ, ਕੋਈ ਆਪਣੇ ਕਾਰੋਬਾਰ ਵਿੱਚ ਵਧਾਣ ਕਰਕੇ ਜੀਂਦਾ, ਕੋਈ ਆਪਣੇ ਬੱਚਿਆਂ ਦੇ ਵਿਆਹ ਕਰਕੇ ਜੀਂਦਾ। ਗੁਰੂ ਮਹਾਰਾਜ ਕਹਿ ਰਹੇ ਨੇ ਅਸੀਂ ਨਾਮ ਜਪ ਜਪ ਕੇ ਜੀ ਰਹੇ ਹਾਂ। ਸਾਨੂੰ ਹੋਰ ਕੋਈ ਚਾਅ ਨਹੀਂ। ਜਿਹੜੇ ਸਾਡੇ ਗੁਰੂ ਰਾਮਦਾਸ ਮਹਾਰਾਜ ਨੇ ਸਾਨੂੰ ਨਾਮ ਦ੍ਰਿੜ ਕਰਾਇਆ, ਉਸ ਨਾਮ ਨੂੰ ਜਪ ਕੇ ਜੀ ਰਹੇ ਹਾਂ। ਜਿਸ ਤਰ੍ਹਾਂ ਸੀਸਗੰਜ ਸਾਹਿਬ ਆਉਣ ਵਾਲੀਆਂ ਸੰਗਤਾਂ ਵਾਹਿਗੁਰੂ 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 ਕਰਕੇ ਜਿਉਂਦੀਆਂ ਨੇ। ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਕਰਕੇ ਜਿਉਂਦੀਆਂ ਨੇ। ਇੱਕ ਇਹੋ ਜਿਹਾ ਭਰੋਸਾ, ਇੱਕ ਇਹੋ ਜਿਹਾ ਵਿਸ਼ਵਾਸ ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਕਿ ਭਾਵੇਂ ਦੁੱਖ ਹੈ ਭਾਵੇਂ ਸੁੱਖ ਹੈ, ਸਾਡੇ ਤੇ ਤੁਸੀਂ ਹੋਈ ਹੋ, ਅਸੀਂ ਤੁਹਾਡੇ ਹੀ ਹਾਂ। ਪਾਏ ਪਰਹਿ ਸਤਿਗੁਰੂ ਕੈ ਜਿਨ ਭਰਮ ਬੇਦਾਰਿਆ। ਗੁਰੂ ਮਹਾਰਾਜ ਕਹਿੰਦੇ ਨੇ ਅਸੀਂ ਉਹਨਾਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੈਗੇ ਆ ਜਿਨ੍ਹਾਂ ਨੇ ਸਾਡਾ ਭਰਮ ਦੂਰ ਕੀਤਾ। ਜਿਸ ਤਰ੍ਹਾਂ ਅਸੀਂ ਰਾਤ ਹੋਵੇ, ਦਿਨ ਹੋਵੇ, ਮੀਂਹ ਹੋਵੇ, ਝੱਖੜੀ ਹੋਵੇ, ਹਨੇਰੀ ਹੋਵੇ, 15 ਅਗਸਤ ਹੋਵੇ, 26 ਜਨਵਰੀ ਹੋਵੇ, ਪਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਦਰਸ਼ਨ ਨਹੀਂ ਛੱਡਦੇ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਨੂੰ ਨਹੀਂ ਛੱਡਣਾ ਚਾਹੁੰਦੇ, ਕਰਕੇ ਇਹੀ ਗੁਰੂ ਨੇ ਸਾਨੂੰ ਸਾਡੇ ਪਰਦੇ ਤੋਂ ਮੁਕਤ ਕੀਤਾ। ਸਾਨੂੰ ਇਹ ਦੱਸਿਆ ਕਿ ਜੀਵਨ ਝੂਠ ਆ ਔਰ ਮੌਤ ਸੱਚ ਹੈ। ਸਾਨੂੰ ਇਹ ਦੱਸਿਆ ਕਿ ਜਿੰਨੀਆਂ ਮਰਜ਼ੀਆਂ ਅਮੀਰੀਆਂ, ਜਿੰਨੀਆਂ ਮਰਜ਼ੀਆਂ ਦੁਨੀਆ ਦੀਆਂ ਤਾਕਤਾਂ ਮਿਲ ਜਾਣ, ਪਰ ਫਿਰ ਵੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਦਰਬਾਰ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਸਭ ਤੋਂ ਵੱਡੀ। ਇਹ ਭਰਮ ਦੂਰ ਕੀਤਾ। ਸਾਧ ਸੰਗਤ ਜੀ, ਜੀਵਨ ਵਿੱਚ ਵਿਚਰਦਿਆਂ ਅਸੀਂ ਵੀ ਛੋਟੀ ਛੋਟੀ ਗੱਲਾਂ ਦੇ ਵਿੱਚ, ਭਰਮਾਂ ਦੇ ਵਿੱਚ ਪੈ ਜਾਂਦੇ ਹਾਂ। ਇੱਕ ਵਾਰ ਦੀ ਗੱਲ ਯਾਦ ਆਉਂਦੀ ਹੈ, ਸੰਤ ਮਹਾਰਾਜ ਅਤਰ ਸਿੰਘ ਜੀ ਮਸਤਵਾਣੇ ਵਾਲੇ ਬਹੁਤ ਮਹਾਨ ਸ਼ਖਸੀਅਤ ਸਾਡੇ ਪੰਥ ਦੇ ਵਿੱਚ ਹੋਏ। ਕਲਕੱਤੇ 7 ਦਿਨਾਂ ਵਾਸਤੇ ਉਹਨਾਂ ਦੇ ਦੀਵਾਨ ਸੀਗੇ। ਅਕਸਰ ਸਿੱਖੀ ਸਰੂਪ ਦੇ ਪ੍ਰਚਾਰ ਦੇ ਵਿੱਚ ਆਮ ਤੌਰ ਤੇ ਸਾਡੇ ਸਤਿਕਾਰਯੋਗ ਗਿਆਨੀ ਜੀ ਨੇ ਵੀ ਆਪ ਜੀ ਨੂੰ ਬਚਨ ਦੱਸੇ ਕਿ ਬੱਚਿਆਂ ਦੇ ਵਿੱਚ ਪ੍ਰਚਾਰ ਕਰਨਾ ਹੈ ਤੇ ਪ੍ਰਚਾਰ ਦਾ ਤਰੀਕਾ ਵੀ ਬੱਚਿਆਂ ਵਾਲਾ ਵਰਤਿਆ ਜਾਣਾ। ਜਦੋਂ ਬੱਚਾ ਛੋਟਾ ਹੁੰਦਾ ਹੈ ਤੇ ਬੱਚੇ ਨੂੰ ਕੇਵਲ ਦੁੱਧ ਪਿਲਾਇਆ ਜਾਂਦਾ ਹੈ, ਉਹਨੂੰ ਮਾਂ ਛੋਲਿਆਂ ਦੀ ਦਾਲ ਤੇ ਚਾਵਲ ਨਹੀਂ ਖਿਲਾਏ ਜਾਂਦੇ। ਤੇ ਸਾਧ ਸੰਗਤ ਜੀ, ਸੰਤ ਮਹਾਰਾਜ ਕਲਕੱਤੇ ਵਿੱਚ ਪ੍ਰਚਾਰ ਕਰ ਰਹੇ ਨੇ। 7 ਦਿਨ ਦਾ ਪ੍ਰੋਗਰਾਮ ਸੀ। 7 ਦੇ 7 ਦਿਨ ਮਹਾਂਪੁਰਸ਼ਾਂ ਨੇ ਗੁਰਬਾਣੀ ਦੀ ਕਥਾ ਕੀਤੀ, ਲੇਕਿਨ ਅੰਮ੍ਰਿਤ ਸੰਚਾਰ ਦੇ ਬਾਰੇ ਕੋਈ ਗੱਲ ਨਹੀਂ ਕੀਤੀ। 7ਵੇਂ ਦਿਨ ਜਦੋਂ ਭੋਗ ਪੈਣਾ ਸੀਗਾ ਤੇ ਉਸ ਦਿਨ ਸਾਰਾ ਦੀਵਾਨ ਉਹਨਾਂ ਨੇ ਗੁਰਬਾਣੀ ਦਾ ਪ੍ਰਚਾਰ ਕੀਤਾ ਔਰ ਅਖੀਰਲੇ 5 ਮਿੰਟਾਂ ਦੇ ਵਿੱਚ, ਤਿਆਰੀ ਪਹਿਲੇ ਕੀਤੀ ਹੋਈ ਸੀਗੀ, 5 ਪਿਆਰੇ ਪਹਿਲੇ ਤਿਆਰ ਕੀਤੇ ਹੋਏ ਸੀ। ਅਖੀਰਲੇ 5 ਮਿੰਟਾਂ ਦੇ ਵਿੱਚ ਮਹਾਂਪੁਰਸ਼ਾਂ ਨੇ ਬੇਨਤੀ ਕੀਤੀ ਹੱਥ ਜੋੜ ਕੇ ਕਿ ਸੰਗਤੋਂ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਤੇ ਜਿਹੜਾ ਜਿਹੜਾ ਨਹੀਂ ਹਲੇ ਚਲਿਆ ਜਹਾਜ਼ੇ ਤੇ ਆ ਜਾਓ ਫਿਰ। ਤੇ ਸਾਧ ਸੰਗਤ ਜੀ, ਉਹਨਾਂ ਦੀ ਆਟੋਬਾਇਓਗ੍ਰਾਫੀ ਦੇ ਵਿੱਚ ਵੀ ਲਿਖਿਆ, ਕਲਕੱਤੇ ਦੀਆਂ ਸੰਗਤਾਂ ਦੇ ਜਿਹੜੇ ਹੁਣ ਤੱਕ ਵੀ ਪ੍ਰੇਮੀ ਨੇ ਉਹਨਾਂ ਨੇ ਵੀ ਦੱਸਿਆ
ਕਿ ਉਸ ਦੀਵਾਨ ਤੋਂ ਬਾਅਦ 1912 1912 ਪ੍ਰਾਣੀਆਂ ਨੇ 1912 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ, ਕੇਵਲ 5 ਮਿੰਟ ਦੇ ਪ੍ਰਚਾਰ ਦੇ ਵਿੱਚ। ਹੁਣ ਕਮੇਟੀ ਵਾਲੇ ਤੇ ਹੋਰ ਸੱਜਣ ਮਹਾਂਪੁਰਸ਼ਾਂ ਦੇ ਕੋਲ ਆਏ, ਹੋਰ ਵੀ ਉੱਥੇ ਪ੍ਰਚਾਰਕ ਮੌਜੂਦ ਸੀਗੇ, ਕੀਰਤਨੀਏ ਮੌਜੂਦ ਸੀਗੇ, ਮਹਾਂਪੁਰਸ਼ਾਂ ਕੋਲ ਆਏ ਵਿਦਾਇਗੀ ਦੇਣ ਤੋਂ ਪਹਿਲਾਂ। ਕਹਿੰਦੇ ਮਹਾਂਪੁਰਸ਼ੋਂ ਅਸੀਂ ਇੰਨਾ ਪ੍ਰਚਾਰ ਕਰਦੇ ਰਹਿੰਦੇ ਹਾਂ, ਕੀਰਤਨ ਪ੍ਰੋਗਰਾਮ, ਹਰੇਕ ਪ੍ਰਚਾਰ ਦੇ ਦੌਰਾਨ ਅੰਮ੍ਰਿਤ ਸੰਚਾਰ ਦੀ ਗੱਲ ਕਰਦੇ ਹਾਂ, ਕਦੀ 2 ਪ੍ਰਾਣੀ, ਕਦੀ 4 ਪ੍ਰਾਣੀ, ਕਦੀ ਕੋਈ ਵੀ ਨਹੀਂ। ਇਹੋ ਜਿਹੀ ਕੀ ਗੱਲ ਹੈ ਕਿ ਤੁਸੀਂ ਹਿੰਦੁਸਤਾਨ ਭਰ ਦੇ ਵਿੱਚ ਅੰਮ੍ਰਿਤ ਦਾ ਬਾਟਾ ਤਿਆਰ ਕਰੀ ਜਾ ਰਹੇ ਹੋ, ਅੰਮ੍ਰਿਤ ਛਕਾਈ ਜਾ ਰਹੇ ਹੋ? ਮਹਾਂਪੁਰਸ਼ਾਂ ਨੇ, ਕੋਈ ਇਤਿਹਾਸਕਾਰ ਕਹਿੰਦਾ 12 ਲੱਖ, ਕੋਈ ਇਤਿਹਾਸਕਾਰ ਕਹਿੰਦਾ 14 ਲੱਖ, ਉਸ ਸਮੇਂ ਦੇ ਵਿੱਚ, ਜਿਸ ਸਮੇਂ ਦੇ ਵਿੱਚ ਸਿੱਖਾਂ ਨੂੰ ਦੇਖ ਕੇ ਗੋਲੀ ਮਾਰਨ ਦੇ ਹੁਕਮ ਸੀਗੇ ਗੋਰੀ ਸਰਕਾਰ ਦੇ ਅਧੀਨ। ਜੀਵਨੀ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਉਸ ਸਮੇਂ ਕਕਾਰ ਮੌਜੂਦ ਨਹੀਂ ਹੁੰਦੇ ਸੀ ਸਾਧ ਸੰਗਤ ਜੀ, ਕਰਕੇ ਕਿਰਪਾਨਾਂ ਬਣਾਉਣ ਦੇ ਵਾਸਤੇ ਰॉ ਮਟੀਰੀਅਲ ਨਹੀਂ ਮਿਲਦਾ ਸੀਗਾ। ਮਹਾਂਪੁਰਸ਼ਾਂ ਨੇ ਦਾਤਨ ਗਾਤਰੇ ਨਾਲ ਬਨ ਕੇ ਪਵਾ ਕੇ ਵੀ ਅੰਮ੍ਰਿਤ ਛਕਾਇਆ ਸੰਗਤਾਂ ਨੂੰ। ਕੀਰਤਨੀ ਜਥੇ ਪ੍ਰਚਾਰਕ ਬੇਨਤੀ ਕਰਦੇ ਨੇ, ਮਹਾਰਾਜ ਕੀ ਗੱਲ ਹੈ, ਫਰਕ ਕੀ ਹੈ? ਤੇ ਮਹਾਂਪੁਰਸ਼ਾਂ ਨੇ ਆਪਣੇ ਦਾੜੇ ਨੂੰ ਹੱਥ ਵਿੱਚ ਲਿਆ ਤੇ ਕਹਿੰਦੇ ਫਰਕ ਮੈਨੂੰ ਤੇ ਪਤਾ ਨਹੀਂ, ਮੇਰੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਇਹ ਦਾੜੇ ਦੇ ਵਿੱਚ ਦਾਗ ਨਾ ਲੱਗੇ। ਇਹ ਦਾੜੇ ਦੇ ਉੱਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਹੱਥ ਵਿੱਚ ਇਹ ਦਾੜਾ ਹੈਗਾ ਤੇ ਸਾਡੇ ਦਾੜੇ ਨੂੰ ਦਾਗ ਨਾ ਲੱਗੇ। ਕਿਸੇ ਨਾਲ ਧੋਖਾ ਨਹੀਂ ਕੀਤਾ, ਕਦੀ ਝੂਠ ਨਹੀਂ ਬੋਲਿਆ, ਸੱਚ ਤੇ ਪਹਿਰਾ ਦਿੱਤਾ। ਅਸੀਂ ਤੇ ਇਹੀ ਕਰ ਰਹੇ ਹਾਂ। ਹੁਣ ਤੁਸੀਂ ਜਾਣਦੇ ਹੋਵੋਗੇ ਕਿ ਤੁਸੀਂ ਕੀ ਕਰ ਰਹੇ ਹੋ। ਜਵਾਬ ਸਾਰਿਆਂ ਨੂੰ ਆਪੇ ਹੀ ਮਿਲ ਗਿਆ। ਸੋ ਸਾਧ ਸੰਗਤ ਜੀ, ਇਹ ਭਰਮ ਜਿਹੜੇ ਛੋਟੇ ਛੋਟੇ ਸਾਨੂੰ ਪੈ ਜਾਂਦੇ ਨੇ ਨਾ ਜੀਵਨ ਦੇ ਵਿੱਚ, ਨਿੰਦਿਆ, ਚੁਗਲੀ, ਰਸ ਆਉਂਦਾ ਕੰਨਾਂ ਨੂੰ, ਇੱਕ ਵਾਰੀ ਸ਼ੁਰੂ ਹੋ ਗਏ ਤੇ ਖਤਮ ਹੀ ਨਹੀਂ ਹੁੰਦੇ। ਬੜਾ ਅੱਛਾ ਲੱਗਦਾ ਹੈ ਕਿਸੇ ਦੀ ਬੁਰਾਈ ਕਰਕੇ, ਮਨ ਨੂੰ ਬੜਾ ਸਕੂਨ ਮਿਲਦਾ। ਅੱਜ ਮੈਂ 2 ਇੰਚ ਹੋਰ ਚੌੜਾ ਹੋ ਗਿਆ ਕਰਕੇ ਮੈਂ ਕਿਸੇ ਦੇ ਬਾਰੇ ਕੁਝ ਗਲਤ ਕਹਿ ਦਿੱਤਾ, ਮੈਂ ਉਹਨੂੰ ਨੀਵਾਂ ਦਿਖਾ ਦਿੱਤਾ, ਮੈਂ ਉਹਦੇ ਨਾਲ ਈਰਖਾ ਕਰ ਲਈ। ਆਦਮੀ ਤੇ ਇਸਤਰੀ ਦੀ ਲੜਾਈ ਹੋ ਰਹੀ ਹੈ, ਆਦਮੀ ਨੇ 2 ਗਾਲਾਂ ਕੱਢੀਆਂ, ਜਾਂ ਤੇ ਇਸਤਰੀ ਚੁੱਪ ਕਰ ਜਾਏਗੀ ਜਾਂ ਤੂੰ ਉੱਪਰੋਂ 2 ਗਾਲਾਂ ਹੋਰ ਕੱਢੇਗੀ। ਜਿਹਨੇ ਅਖੀਰ ਤੱਕ ਗਾਲਾਂ ਕੱਢੀਆਂ ਉਹ ਬੜਾ ਫੈਲ ਕੇ, ਹਾਂ ਅੱਜ ਦੇਖ ਲਿਆ ਮੈਂ ਚੁੱਪ ਕਰਾ ਦਿੱਤਾ, ਹੋਰ ਬੋਲ ਮੇਰੇ ਅੱਗੇ। ਨੂੰਹ ਸੱਸ ਦੇ ਝਗੜੇ ਬੜੇ ਪੋਪੂਲਰ ਨੇ ਸਾਧ ਸੰਗਤ ਜੀ, ਪਰ ਗੁਰੂ ਦਰਬਾਰ ਦੇ ਵਿੱਚ ਇਹਨਾਂ ਚੀਜ਼ਾਂ ਦਾ ਕੋਈ ਮੋਲ ਨਹੀਂ। ਅਖੀਰ ਦੇ ਵਿੱਚ ਆ ਕੇ ਨਾਨਕ ਗਰੀਬ ਢਹਿ ਪਿਆ ਦੁਆਰੇ, ਮੇਲ ਲਿਹੋ ਵਡਿਆਈ। ਅਖੀਰ ਵਿੱਚ ਆ ਕੇ ਢਹਿਣਾ ਹੀ ਪੈਣਾ ਆ। ਅਖੀਰ ਵਿੱਚ ਆ ਕੇ ਉੱਥੇ ਸੱਚੇ ਹੀ ਸੱਚ ਨਿਬੜੇ। ਉੱਥੇ ਨਹੀਂ ਕੋਈ ਟਿਕਟ ਮਿਲਣੀ, ਬਿਨਾਂ ਮੈਟਰੋ ਦੇ ਕਾਰਡ ਤੋਂ, ਬਿਨਾਂ ਟਿਕਟ ਤੋਂ ਮੈਟਰੋ ਵਿੱਚ ਵੀ ਨਹੀਂ ਚੜ ਸਕਦੇ ਤੇ ਇੱਥੇ ਤੇ ਸੱਚਖੰਡ ਕਿੱਥੇ ਪਹੁੰਚ ਜਾਓਗੇ ਸਾਧ ਸੰਗਤ ਜੀ। ਉਹ ਟਿਕਟ ਲੈਣੀ ਤੇ ਬਹੁਤ ਜ਼ਰੂਰੀ ਹੈ, ਔਰ ਉਹ ਟਿਕਟ ਹੈਗੀ ਹੈ ਸੱਚ ਦੀ। ਗਿਆਨੀ ਜੀ ਨੇ ਕਿਹਾ ਨਾ, ਘਰ ਘਰ ਤੱਕ ਗੁਰਬਾਣੀ ਦੇ ਸੱਚ ਦਾ ਪ੍ਰਚਾਰ ਪਹੁੰਚਾਉਣ ਵਾਸਤੇ ਉਪਰਾਲੇ ਯਤਨ ਕਰਨੇ ਜ਼ਰੂਰੀ ਨੇ। ਇਹ ਸੱਚ ਦੇ ਪ੍ਰਚਾਰ ਦੀ ਗੱਲ ਹੋ ਰਹੀ, ਔਰ ਜਦੋਂ ਤੱਕ ਅਸੀਂ ਸੱਚ ਨੂੰ ਆਪਣੇ ਜੀਵਨ ਵਿੱਚ ਨਹੀਂ ਅਪਣਾਉਂਗੇ, ਬਾਹਰ ਰੋਜ਼ ਸਵੇਰੇ ਆਉਂਦੇ ਆ, ਗੱਡੀ ਵਿੱਚ ਆ ਰਹੇ ਆ, ਵੱਡੀਆਂ ਵੱਡੀਆਂ ਗੱਡੀਆਂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ, ਪਰ ਜਿਹੜੇ ਬਾਹਰ ਰਿਕਸ਼ੇ ਵਾਲੇ ਖੜੇ ਨੇ ਨਾ, ਉਹਦੇ ਵਿੱਚ ਵੀ ਗੁਰੂ ਨਾਨਕ ਹੈ। ਹਾਰਨ ਮਾਰ 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 ਪਾਸੇ ਕਰ, ਇਹ ਕਰ, ਇਹ ਗੁਰਸਿੱਖਾਂ ਦੀ ਬੋਲੀ। ਖੜੇ ਆ ਗੁਰੂ ਤੇਗ ਬਹਾਦਰ ਮਹਾਰਾਜ ਦੇ ਦਰਬਾਰ ਦੇ ਵਿੱਚ, ਗੁਰੂ ਮਹਾਰਾਜ ਤੇ ਆਪ ਆ ਕੇ ਸ਼ਹੀਦੀ ਦੇ ਰਹੇ ਨੇ ਇਸ ਸਥਾਨ ਤੇ ਸਾਡੇ ਕੋਲ ਏਸੀ ਗੱਡੀ ਦੇ ਵਿੱਚ ਬੈਠੇ ਹੋਏ ਵੀ 1 ਮਿੰਟ ਦਾ ਇੰਤਜ਼ਾਰ ਨਹੀਂ ਹੁੰਦਾ। ਉਹ ਰਿਕਸ਼ੇ ਵਾਲੀ ਦੀ ਕਿਰਤ ਹੈ ਸਾਧ ਸੰਗਤ ਜੀ। ਉਹ ਉੱਥੇ ਆਪਣੀ ਮੌਜ ਮਸਤੀ ਕਰਨ ਵਾਸਤੇ ਨਹੀਂ ਬੈਠਾ,
ਗੁਰੂ ਨਾਨਕ ਦੀ ਅੱਖਾਂ ਨਾਲ ਦੇਖੋਗੇ, ਉਹੀ ਉਹਦਾ ਘਰ ਆ, ਉੱਥੇ ਉਹਨੇ ਸੌਣਾ ਆ, ਉੱਥੇ ਹੀ ਉਹਨੇ ਖਾਣਾ ਆ। ਸਾਰਾ ਪਰਿਵਾਰ ਪਿੱਛੇ ਆਪਣੇ ਆਪਣੇ ਪਿੰਡਾਂ ਵਿੱਚ ਛੱਡ ਕੇ ਇਸ ਦਿੱਲੀ ਦੇ ਧਰਤੀ ਤੇ ਆਏ ਨੇ। ਅਸੀਂ ਗੱਡੀ ਵਿੱਚ ਆ ਰਹੇ ਸੀ ਤੇ ਗੱਲ ਕਰਦੇ ਸੀ, ਕਮਾਲ ਆ ਦਿੱਲੀ ਦੀ ਕਮਾਈ, ਦਿੱਲੀ ਦੀ ਬੰਦਗੀ, ਇਸ ਧਰਤੀ ਦੇ ਟੁਕੜੇ ਦੀ ਬੰਦਗੀ, ਜਿੱਥੇ ਪਰਮੇਸ਼ਵਰ ਆਪ ਆ ਕੇ ਆਪਣੀ ਸ਼ਹੀਦੀਆਂ ਦੇ ਰਹੇ ਨੇ, ਜਿੱਥੇ ਹਿੰਦੁਸਤਾਨ ਭਰ ਤੋਂ ਬੰਦੇ ਆ ਕੇ ਰੋਟੀ ਕਮਾ ਰਹੇ ਨੇ, ਰੋਟੀ ਖਾ ਰਹੇ ਨੇ। ਹੋਵੇ ਗੁਰੂ ਦਾ ਸਿੱਖ ਔਰ ਸਹਿਜ ਉਹਦੇ ਵਿੱਚ ਨਾ ਹੋਵੇ, ਅਸੀਂ ਗੱਡੀ ਕਿੱਥੇ ਵੀ ਲਾ ਕੇ ਪਾਰਕ ਕਰਕੇ ਆ ਜਾਓਗੇ, ਉਸ ਗਰੀਬ ਨੂੰ ਦੀ ਰੋਜ਼ੀ ਰੋਟੀ ਕਰ ਲੈਣ ਦੇਈਏ। ਇਹ ਪ੍ਰੈਕਟੀਕਲ ਸਿੱਖੀ ਹੈ ਸਾਧ ਸੰਗਤ ਜੀ। ਇਹ ਨਿਮਰਤਾ ਆਏਗੀ ਤਾਂ ਹੀ ਤੇ ਗੁਰੂ ਦੇ ਸਿੱਖ ਕਹਿਲਾਓਗੇ। ਗੁਰੂ ਨਾਨਕ ਨੂੰ ਕੀ ਲੋੜ ਸੀਗੀ? ਮਹਾਰਾਜ ਨੂੰ ਤੇ ਕਰਪਸ਼ਨ ਦੇ ਇੰਨੇ ਆਫਰ ਆਉਂਦੇ ਸੀਗੇ ਸਿੱਧੀ ਭਾਸ਼ਾ ਦੇ ਵਿੱਚ। ਮਲਿਕ ਭਾਗੋ ਨੇ ਆਫਰ ਦਿੱਤਾ ਹੀ ਸੀਗਾ, ਆਓ ਮੇਰੇ ਕੋਲ, ਨੌਕਰ ਭੇਜਤੇ ਆ, ਜੇ ਜੇਵਰਾਤ ਦਿੰਦੇ ਆ ਤੁਹਾਨੂੰ। ਮਹਾਰਾਜ ਕਹਿੰਦੇ ਤੇਰੀ ਲੋੜ ਹੀ ਨਹੀਂ ਸਾਨੂੰ, ਅਸੀਂ ਗਰੀਬ ਸਿੱਖ ਦੇ ਕੋਲ ਜਾਓਗੇ ਜਿਹਦੇ ਕੋਲ ਆਟਾ ਵੀ ਨਹੀਂ ਹੈ, ਜਵਾਰ ਦੇ ਆਟੇ ਦੀ ਰੋਟੀ ਖਾ ਲਓਗੇ, ਨਹੀਂ ਵੀ ਖਾਓਗੇ। ਜਾਪ ਸਾਹਿਬ ਦੀ ਬਾਣੀ ਸਾਰੇ ਪੜ੍ਹਦੇ ਹਨ, ਉਹਦੇ ਵਿੱਚ ਆਉਂਦਾ ਗਰੀਬੁਲ ਨਿਵਾਜੇ, ਗਰੀਬੁਲ ਪਰਸਤੇ, ਅਮੀਰੁਲ ਪਰਸਤੇ ਨਹੀਂ ਲਿਖਿਆ ਉੱਥੇ। ਕਰਕੇ ਮਹਾਰਾਜ ਨੂੰ ਪਤਾ ਹੈ ਜੋ ਭਾਵਨਾ ਉਸ ਗਰੀਬ ਰਿਕਸ਼ੇ ਵਾਲੇ ਦੀ ਹੈ ਉਹ ਉਹਦੀ ਜਾਣਦਾ ਆ। ਉੱਥੇ ਬਾਹਰ ਮੁਸਲਮਾਨ ਵੀ ਨੇ, ਉੱਥੇ ਬਾਹਰ ਹਿੰਦੂ ਵੀਰ ਵੀ ਨੇ। ਯਕੀਨ ਮੰਨਿਓ ਸਾਧ ਸੰਗਤ ਜੀ, ਅਸੀਂ ਕਿਸੇ ਤੇ ਟਿੱਪਣੀ ਨਹੀਂ ਕਰ ਰਹੇ, ਪਰ ਉਹ ਗਰੀਬਾਂ ਦੀ ਭਾਵਨਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਉੱਪਰ ਕਈ ਗੁਣਾ ਜ਼ਿਆਦਾ ਹੋਏਗੀ, ਕਿਉਂਕਿ ਉਹਨਾਂ ਦੀ ਰੋਜ਼ੀ ਰੋਟੀ ਹੀ ਇਸ ਦਰਬਾਰ ਤੋਂ ਚੱਲ ਰਹੀ ਹੈ। ਹੁੰਦਾ ਨਾ ਆਮ ਤੌਰ ਤੇ ਆਪਾਂ ਆਪਣੀ ਦੁਕਾਨਾਂ 'ਚ ਬੈਠੇ ਆ, ਗੁਰੂ ਮਹਾਰਾਜ ਦਾ ਸਰੂਪ ਲੱਗਿਆ, ਕੋਈ ਕਸਟਮਰ ਨਹੀਂ ਆਉਂਦਾ, ਮਹਾਰਾਜ ਦਇਆ ਕਰੋ, ਤੇ ਉਹ ਬਾਹਰ ਬੈਠੇ ਬੈਠੇ ਬਾਰ-ਬਾਰ ਇਸ ਇਮਾਰਤ ਨੂੰ ਦੇਖ ਕੇ ਬੇਨਤੀ ਕਰਦੇ ਹੋਣਗੇ ਕਿ ਮੇਰੇ ਗੁਰੂ ਤੇਗ ਬਹਾਦਰ ਮੁਝ ਗਰੀਬ ਦੀ ਵੀ ਬਾਂਹ ਫੜ। ਸਾਨੂੰ ਅੱਜ ਨਿਮਰਤਾ ਦੀ ਲੋੜ ਹੈ ਸਾਧ ਸੰਗਤ ਜੀ। ਇੰਨੇ ਪਿਆਰੇ ਪਿਆਰੇ ਦਰਬਾਰ ਵਿੱਚ ਆ ਕੇ ਕਥਾ ਸੁਣ ਰਹੇ ਆ, ਕੀਰਤਨ ਸੁਣ ਰਹੇ ਆ। ਜੇ ਸਿੱਖ ਦੇ ਹਿਰਦੇ ਵਿੱਚ ਨਿਮਰਤਾ ਨਹੀਂ ਹੋਏਗੀ ਤੇ ਦੁਨੀਆ ਦੇ ਕਿਸੇ ਹਿਰਦੇ ਵਿੱਚ ਨਿਮਰਤਾ ਨਹੀਂ ਹੋਏਗੀ। ਇਹ ਭਰਮ ਗੁਰੂ ਮਹਾਰਾਜ ਦੂਰ ਕਰਦੇ ਨੇ। ਕਰ ਕਿਰਪਾ ਪ੍ਰਭ ਆਪਣੀ, ਸੱਚ ਸਾਜ ਸਵਾਰਿਆ। ਪਰਮੇਸ਼ਵਰ ਅਕਾਲ ਪੁਰਖ ਨੇ ਕਿਰਪਾ ਕੀਤੀ, ਸੱਚ ਹਿਰਦੇ ਵਿੱਚ ਵਸਾਇਆ, ਸੱਚ ਦੇ ਨਾਲ ਸਾਡੇ ਕਾਰਜ ਸਵਾਰੇ, ਸਾਡੇ ਬੋਡੀ ਨੂੰ, ਸਾਡੀ ਸੋਲ ਨੂੰ, ਸਾਡੀ ਆਤਮਾ ਨੂੰ ਸੱਚ ਨਾਲ ਸਵਾਰਿਆ। ਉੱਠਦੇ ਬਹਿੰਦੇ ਸੌਂਦੇ ਜਾਂਦੇ ਵਾਹਿਗੁਰੂ 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 ਵਾਹਿਗੁਰੂ। ਕੋਈ ਨੀਵਾਂ ਨਹੀਂ ਹੋਣ ਲੱਗਾ ਸਾਧ ਸੰਗਤ ਜੀ। ਜੇ ਸੱਸ ਨੂੰਹ ਦੀ ਗੱਲ ਸੁਣ ਲਏਗੀ, ਕੋਈ ਫੁੱਟਬਾਲ ਮੈਚ ਨਹੀਂ ਹੈ ਕਿ ਟੀਮ A ਜਿੱਤ ਜਾਏਗੀ ਟੀਮ B ਹਾਰ ਜਾਏਗੀ, ਉਹ ਪੂਰਾ ਦਾ ਪੂਰਾ ਘਰ ਹਾਰਦਾ ਹੈ। ਘਰ ਦੇ ਵਿੱਚ ਬਟਵਾਰੇ ਹੋ ਜਾਂਦੇ ਆ, ਦੁਨੀਆ ਗੱਲਾਂ ਕਰਦੀ ਹੈ, ਆਪਣੇ ਹੱਥੋਂ ਵੀ ਖੁਸ਼ ਬਹਿੰਦੇ ਆ। ਵੱਡਿਆਂ ਦੀ ਹੋਂਦ ਘਰ ਦੇ ਵਿੱਚ ਬਹੁਤ ਜ਼ਰੂਰੀ ਹੈ। ਸਾਡੀ ਉਮਰ ਲਗਭਗ 38 ਸਾਲ ਹੈ, ਸਾਡੇ ਮਾਤਾ ਜੀ ਦੀ ਉਮਰ 62 ਸਾਲ, 2 ਦਿਨ ਪਹਿਲੇ ਜਨਮ ਦਿਨ ਨਿਕਲਿਆ। ਅਸੀਂ ਹਜੇ ਉਹ 24 ਸਾਲ ਦੀ ਜ਼ਿੰਦਗੀ ਦੇਖੀ ਹੀ ਨਹੀਂ ਹੈਗੀ। It is impossible for me to learn the gap of 24 years। ਅਸੀਂ ਮੰਨਦੇ ਹਾਂ ਉਹ 24 ਸਾਲ ਦਾ ਐਕਸਪੀਰੀਅੰਸ ਸਾਨੂੰ ਘਰ ਬੈਠੇ ਬੈਠੇ ਫ੍ਰੀ ਚ ਮਿਲ ਰਿਹਾ, ਲੇਕਿਨ ਅਸੀਂ ਆਪਣੇ ਹੰਕਾਰ ਦੇ ਵਿੱਚ ਇਹ ਚੀਜ਼ ਐਕਸੈਪਟ ਨਹੀਂ ਕਰਦੇ। ਉਹ ਨੂੰ ਆਪਣਾ ਸਾਰਾ ਕੁਝ ਛੱਡ ਕੇ ਆਈ, ਆਪਣੇ ਮਾਂ ਪਿਓ, ਪੜ੍ਹਾਈ ਲਿਖਾਈ, ਘਰ ਬਾਰ, ਕੰਧਾਂ, ਬੈੱਡ, ਬਿਸਤਰੇ, ਟਾਇਲਟ, ਬਾਥਰੂਮ, ਆਪਣਾ ਸਭ ਕੁਝ ਤਿਆਗ ਕੇ ਇੱਕ ਨਵੇਂ ਘਰ 'ਚ ਆਈ ਹੈ। ਉਹਨੂੰ ਮੌਕਾ ਦਿੱਤਾ ਜਾਵੇ। ਉਹ ਇਸ ਪਰਿਵਾਰ ਨੂੰ ਖੁਸ਼ੀ ਦੇਣ ਵਾਸਤੇ ਹੀ ਆਈ ਹੈ। ਅਸੀਂ ਇਸ ਗੱਲ ਨੂੰ ਬਹੁਤ ਮੁਸ਼ਕਿਲ ਹੈ ਮੰਨਣਾ ਕਿ ਸਿੱਖਾਂ ਦੀ ਧੀ ਕਿਸੇ ਦਾ ਘਰ ਤੋੜਨ ਵਾਸਤੇ ਦੂਸਰੇ ਘਰ ਗਈ ਹੋਵੇ, ਕਰਕੇ ਉਹਦੇ ਕੋਲ ਗੁਰੂ ਨਾਨਕ ਮਹਾਰਾਜ ਦਾ ਆਸ਼ੀਰਵਾਦ ਹੈ, ਗੁਰੂ ਰਾਮਦਾਸ ਮਹਾਰਾਜ ਦੀ ਲਾਵਾਂ ਫੇਰੇ ਦਾ ਆਸ਼ੀਰਵਾਦ ਹੈ। ਉਹ ਘਰ ਤੋੜਨ ਵਾਸਤੇ ਨਹੀਂ ਗਈ, ਘਰ ਸਾਡਾ ਆਪਣਾ ਅਹੰਕਾਰ ਤੋੜ ਰਿਹਾ ਹੈ। ਔਰ ਹੋਵੇ ਗੁਰੂ ਨਾਨਕ ਦਾ ਸਿੱਖ ਆਉਂਦੇ ਹੋਈਏ ਸੀਸਗੰਜ ਸਾਹਿਬ ਤੇ ਆਪਣੇ ਹੀ ਕੌਰੀ ਕਮਾਲ ਦੀ ਗੱਲ ਹੈ, ਮਾਂ ਪਿਓ ਮੰਗਦੇ ਮੰਗਦੇ ਥੱਕਦੇ ਨਹੀਂ ਪੁੱਤਰਾਂ ਨੂੰ,
ਮੰਗ ਮੰਗ ਕੇ ਅਰਦਾਸਾਂ ਬੇਨਤੀਆਂ ਕਰ ਕਰਕੇ ਮੰਗਦੇ ਆ ਪੁੱਤਰ, ਪਰ ਜਦੋਂ ਪੁੱਤਰ ਦਾ ਵਿਆਹ ਕਰਦੇ ਆ ਤੇ ਫਿਰ ਉਸੇ ਪਰਿਵਾਰ ਨਾਲ ਸਭ ਤੋਂ ਜ਼ਿਆਦਾ ਨਫ਼ਰਤਾਂ ਹੋ ਜਾਂਦੀਆਂ। ਆਪਣੇ ਆਪ ਨੂੰ ਬਾਰ-ਬਾਰ ਸੱਚ ਸਾਜ ਸਵਾਰਿਆ, ਆਪਣੇ ਮਨ ਨੂੰ ਸੱਚ ਨਾਲ ਸਵਾਰੀਏ, ਮਾਰ ਦਈਏ ਉੱਥੇ ਹੀ, ਆਪਣੇ ਆਪ ਨੂੰ ਮਾਰ ਦਈਏ। ਸੱਸ ਆਪਣੇ ਆਪ ਨੂੰ ਮਾਰ ਦੇਵੇ, ਮਨ ਨੂੰ ਮਨਾ ਮੇਰੀ ਧੀ ਆ, ਨਾ ਕੋਈ ਨਹੀਂ ਮਾੜਾ ਕੀਤਾ, ਮੇਰੀ ਧੀ ਹੈ, ਮੈਨੂੰ ਗੁਰੂ ਨਾਨਕ ਪਾਣੀ ਪੁੱਛੇਗਾ, ਮੈਨੂੰ ਗੁਰੂ ਨਾਨਕ ਰੋਟੀ ਦੇਗਾ, ਮੈਂ ਗੁਰੂ ਨਾਨਕ ਤੇ ਭਰੋਸਾ ਕਰਦੀ ਹਾਂ, ਗੁਰੂ ਨਾਨਕ ਮੈਨੂੰ ਭੁੱਖਾ ਨਹੀਂ ਮਾਰੇਗਾ। ਉਹੀ ਗੁਰੂ ਨਾਨਕ ਨੂੰ ਪ੍ਰੇਰਨਾ ਦੇ ਕੇ ਪਿਆਰ ਦੇ ਵਿੱਚ ਲੈ ਕੇ ਆਏਗਾ। ਸਾਡੇ ਵਿੱਚੋਂ ਕੋਈ ਵੀ ਵਿਲਨ ਨਹੀਂ ਹੈ, ਜੋ ਗੁਰੂ ਨਾਨਕ ਦੀ ਬਾਣੀ ਨਾਲ ਜੁੜਿਆ ਉਹ ਵਿਲਨ ਨਹੀਂ ਹੈ। ਕਿਉਂ? ਮਹਾਰਾਜ ਕਹਿ ਰਹੇ ਨੇ ਕਿ ਸਾਨੂੰ ਸਾਰਿਆਂ ਨੂੰ ਸੱਚ ਨਾਲ ਸਵਾਰਿਆ ਹੈ। ਰਹਾਉ ਕਰ ਗਹਿ ਲੀਨੇ, ਕਰ ਗਹਿ ਲੀਨੇ ਆਪਣੇ, ਸੱਚ ਹੁਕਮ ਰਜਾਈ। ਮਹਾਰਾਜ ਕਹਿ ਰਹੇ ਨੇ, ਬਾਂਹ ਪਕੜ ਕੇ ਗਲੇ ਨਾਲ ਲਾ ਕੇ ਆਪਣੇ ਹੁਕਮ ਦੇ ਵਿੱਚ ਤੁਸੀਂ ਸਾਨੂੰ ਇਸ ਕਲਯੁਗ ਦੇ ਦਲਦਲ ਤੋਂ ਬਾਹਰ ਕੱਢ ਕੇ ਆਪਣੇ ਹਰਮੰਦਰ ਨਾਲ ਜੋੜਿਆ। ਔਰ ਯਕੀਨ ਮੰਨਿਓ ਸਾਧ ਸੰਗਤ ਜੀ, ਕੋਈ ਇੱਕ ਵੀ ਸ਼ਖਸ ਹੈ ਇੱਥੇ ਬੈਠਾ ਜੋ ਕਹਿ ਸਕਦਾ ਕਿ ਧੰਨ ਗੁਰੂ ਤੇਗ ਬਹਾਦਰ ਨੇ ਤੇ ਮੇਰਾ ਸਾਥ ਹੀ ਨਹੀਂ ਦਿੱਤਾ। ਇੱਥੇ ਤੇ ਕੀ ਹਿੰਦੁਸਤਾਨ ਦਾ ਅੱਜ ਤੋਂ 300 ਸਾਲ ਪਹਿਲਾਂ ਆਉਣ ਵਾਲੇ 3 ਲੱਖ ਸਾਲਾਂ ਤੱਕ ਵੀ ਹਿੰਦੁਸਤਾਨ ਦਾ ਕੋਈ ਸ਼ਖਸ ਇਹ ਨਹੀਂ ਕਹਿ ਸਕੇਗਾ ਕਿ ਗੁਰੂ ਤੇਗ ਬਹਾਦਰ ਮੇਰੇ ਵਾਸਤੇ ਨਹੀਂ ਬਹੁੜੇ। ਇਹ ਹਿੰਦੁਸਤਾਨ ਦਾ ਨਾਮ ਹਿੰਦੁਸਤਾਨ ਅੱਜ ਕਾਇਮ ਹੈ ਧਰਤੀ ਦੇ ਨਕਸ਼ੇ ਦੇ ਉੱਪਰ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਮਹਾਰਾਜ ਦੀ ਕਿਰਪਾ ਕਰਕੇ, ਨਹੀਂ ਤੇ ਅੱਜ ਵਰਲਡ ਮੈਪ ਦੇ ਉੱਪਰ ਇੰਡੀਆ ਵਰਗੀ ਕੋਈ ਕੰਟਰੀ ਨਹੀਂ ਹੋਣੀ ਸੀਗੀ। ਇਹ ਯਕੀਨਨ ਮੰਨ ਲਈਏ ਸਾਧ ਸੰਗਤ ਜੀ, ਉਹ ਸ਼ਹੀਦਾਂ ਦਾ ਖੂਨ ਡੁੱਲਿਆ, ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣਾ ਸੀਸ ਦਿੱਤਾ ਤੇ ਇਹਨਾਂ ਮੁਗਲਾਂ ਦੀ ਜੜਾਂ ਪੁੱਟੀਆਂ। ਤੇ ਹੋਵੇ ਸਿੱਖ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਹੁਕਮ ਚਲਾਵੇ ਆਪਣਾ, ਮੇਰੀ ਚੱਲਣੀ ਹੈ, ਮੇਰੇ ਹਿਸਾਬ ਨਾਲ ਘਰ ਚੱਲੇਗਾ, ਮੈਂ ਘਰ ਦਾ ਪੁੱਤਰ ਆ, ਮੈਂ ਘਰ ਦਾ ਸਹੁਰਾ ਆ। ਇਹ ਗੁਰਬਾਣੀ ਸਾਨੂੰ, ਜਿੱਦਾਂ ਗਿਆਨੀ ਜੀ ਨੇ ਦੱਸਿਆ, ਜੀਵਨ ਜਾਂਚ ਸਿਖਾਉਂਦੀ ਹੈ। 1% ਵੀ ਜੇ ਗੁਰਬਾਣੀ ਸਾਡੇ ਹਿਰਦੇ ਵਿੱਚ ਵਸ ਜਾਏਗੀ, ਯਕੀਨ ਮੰਨਿਓ ਸਾਡੇ ਘਰਾਂ ਦੇ ਵਿੱਚ ਕਲੇਸ਼ ਆਪਣੇ ਆਪ ਹੀ ਮੁੱਕ ਜਾਣੇ ਨੇ। ਕਦੀ ਲੜਾਈ ਝਗੜਾ ਹੋਣਾ ਹੀ ਨਹੀਂ, ਕਿਸੇ ਨੇ ਗਾਲ ਕੱਢਣੀ ਨਹੀਂ, ਸ਼ਰਾਬ ਆਪਣੇ ਆਪ ਹੀ ਬਾਹਰ ਨਿਕਲ ਜਾਣੀ ਹੈ, ਵਿਸ਼ੇ ਵਿਕਾਰ ਆਪਣੇ ਆਪ ਨਿਕਲ ਜਾਣੇ ਹੈ। ਜਦੋਂ ਅਸੀਂ ਗੁਰਬਾਣੀ ਨੂੰ ਮੰਨੂਗੇ, ਜਦੋਂ ਅਸੀਂ ਇਹ ਕਹੋਗੇ ਕਿ ਇਹ ਧੀ ਪਰਾਈ ਨਹੀਂ, ਮੇਰੀ ਧੀ ਹੈ, ਇਹ ਪੁੱਤਰ ਪਰਾਇਆ ਨਹੀਂ, ਇਹ ਮੇਰਾ ਪੁੱਤਰ ਹੈ। ਜਦੋਂ ਅਸੀਂ ਕਾਲਜ ਦੇ ਗੇਟ ਤੋਂ ਬਾਹਰ ਨਿਕਲ ਰਹੇ ਹੋਵਾਂਗੇ ਤੇ ਜੇ ਪਰਾਈਆਂ ਧੀਆਂ ਕੱਪੜੇ ਪਾ ਕੇ ਜਾ ਰਹੀਆਂ ਕਾਲਜ, ਅਕਸਰ ਨੌਜਵਾਨ ਬੱਚੀਆਂ ਕਦੇ ਕਿਹੋ ਜਿਹੇ ਕੱਪੜੇ, ਕਦੇ ਕਿਹੋ ਜਿਹੇ ਕੱਪੜੇ ਪਾ ਕੇ, ਜੋ ਸਾਡੀਆਂ ਅੱਖਾਂ ਮੈਲੀਆਂ ਨਹੀਂ ਹੋਣਗੀਆਂ ਜੇ ਅਸੀਂ ਗੁਰਬਾਣੀ ਦੇ ਅਰਥਾਂ ਨੂੰ ਮੰਨੂਗੇ। ਵੇਖ ਪਰਾਈਆਂ ਚੰਗੀਆਂ, ਉਹਨਾਂ ਨੂੰ ਮਾਂ ਬਣਾ ਕੇ, ਉਹਨਾਂ ਨੂੰ ਭੈਣ ਬਣਾ ਕੇ, ਉਹਨਾਂ ਨੂੰ ਆਪਣੀ ਧੀ ਬਣਾ ਕੇ ਸਮਝੋਗੇ। ਜੇ ਇਹ ਖਿਆਲ ਉਸੇ ਸਮੇਂ ਅਸੀਂ ਪਿਕਅਪ ਕਰੋਗੇ, ਅਸੀਂ ਗੁਰਬਾਣੀ ਨੂੰ ਫੋਲੋ ਕਰ ਰਹੇ ਹਾਂ। ਲੇਕਿਨ ਹੈਗੇ ਗੁਰੂ ਨਾਨਕ ਦੇ ਸਿੱਖ, ਪਰ ਮਨ, ਅੱਖਾਂ, ਕੰਨ ਮੈਲ ਨਾਲ ਭਰੇ ਹੋਏ ਨੇ। ਉਹੀ ਮੈਲ ਕੱਢਣ ਵਾਸਤੇ ਅਸੀਂ ਇੱਥੇ ਆਪਣੇ ਆਪ ਨੂੰ ਧੋ ਰਹੇ ਹਾਂ, ਬਾਰ-ਬਾਰ ਧੋ ਰਹੇ ਹਾਂ, ਬਾਰ-ਬਾਰ ਧੋ ਰਹੇ ਹਾਂ। ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਨਾਰਾਇਣ, ਆਪ ਪਰਮੇਸ਼ਵਰ ਨੇ, ਫਿਰ ਵੀ ਕਹਿ ਰਹੇ ਨੇ ਜੋ ਦਾਤ ਸਾਨੂੰ ਦਿੱਤੀ, ਹਰਮੰਦਰ ਸਾਹਿਬ ਦੀ ਦਾਤ, ਗੁਰਬਾਣੀ ਦੀ ਦਾਤ, ਗੁਰਗੱਦੀ ਦੀ ਦਾਤ, ਇਹ ਸਾਰੀ ਵਡਿਆਈ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੀ, ਸਾਡੀ ਕੋਈ ਵਡਿਆਈ ਨਹੀਂ। ਜਿਸ ਤਰ੍ਹਾਂ ਹੈਡ ਗ੍ਰੰਥੀ ਸਾਹਿਬ ਜੀ ਨੇ ਬਹੁਤ ਪਿਆਰ ਨਾਲ ਇੰਟਰੋਡਕਸ਼ਨ ਦਿੱਤੀ, ਉਹ ਸਾਰੀ ਵਡਿਆਈ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਸਾਧ ਸੰਗਤ ਜੀ, ਕਹਿਣਾ ਸੌਖਾ ਆ, ਆਪਣੇ ਆਪ ਨੂੰ ਉਸ ਸਮੇਂ ਦੇ ਵਿੱਚ ਲੈ ਜਾਈਏ ਕਿ ਇਸ ਚੌਂਕ ਦੇ ਆਲੇ ਦੁਆਲੇ ਕੁਛ ਵੀ ਨਹੀਂ ਹੈਗਾ, ਔਰ ਗੁਰੂ ਤੇਗ ਬਹਾਦਰ ਮਹਾਰਾਜ ਜਿਸ ਤਰ੍ਹਾਂ ਆਪ ਜੀ ਸਾਰੇ ਚੌਕੜਾਂ ਮਾਰ ਕੇ ਬੈਠੇ ਔਰ ਮਹਾਰਾਜ ਸਜੇ ਹੋਏ ਨੇ। ਆਉਣ ਵਾਲੇ ਪਲ ਪਤਾ ਹੈ ਹਜ਼ਾਰਾਂ ਦੀ ਸੰਗਤ ਖੜੀ ਹੈ, ਸੌਰੀ ਟੂ ਸੇ, ਤਮਾਸ਼ਾ ਦੇਖਣ ਵਾਸਤੇ।
किसी विच इन्नी जरूरत नहीं सी कि जल्लाद नूं 2 चपेड़ा मार के 10 बंदे इकट्ठे करके पासे कर दें। ਉਹ ਬੇਗੈਰਤੀ ਤੋਂ ਬਚਾਇਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਆਪਣੀ ਅੱਖਾਂ ਬੰਦ ਕਰਕੇ ਦੇਖੀਏ ਕਿ ਭਾਈ ਦਿਆਲਾ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ ਦੀ ਸ਼ਹੀਦੀ ਹੋ ਗਈ ਹੈ। ਔਰ ਹੁਣ ਇਹ ਬੜੇ ਖੁਸ਼ ਹੋ ਰਹੇ ਨੇ ਕਿ ਹੁਣ ਗੁਰੂ ਤੇਗ ਬਹਾਦਰ ਦੀ ਵਾਰੀ ਆ ਰਹੀ ਹੈ। ਔਰ ਉੱਥੇ ਆਪ ਜੀ ਵਰਗੇ ਪਿਆਰੇ ਪਿਆਰੇ ਸਿੱਖ ਸੋਚ ਰਹੇ ਨੇ, ਮਹਾਰਾਜ ਹਿੰਮਤ ਬਖਸ਼ੋ, ਕੁਛ ਕਰ ਸਕੀਏ, ਹਿੰਮਤ ਬਖਸ਼ੋ, ਕੁਛ ਕਰ ਸਕੀਏ, ਹਿੰਮਤ ਬਖਸ਼ੋ। ਲੇਕਿਨ ਹਕੂਮਤ ਦਾ ਡਰ ਵੱਡਾ ਔਰ ਗੁਰੂ ਦਾ ਪਿਆਰ ਥੋੜਾ ਰਹਿ ਗਿਆ। ਸੰਗਤਾਂ ਬਹੁਤ ਸੀਗੀਆਂ ਲੇਕਿਨ ਡਰ ਜ਼ਿਆਦਾ ਵੱਡਾ ਹੋ ਗਿਆ। ਫਿਰ ਨਿਕਲੇ 2 ਸ਼ੇਰ ਗੁਰੂ ਨਾਨਕ ਸਾਹਿਬ ਦੇ, ਭਾਈ ਜੈਤਾ ਜੀ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਲੱਖੀ ਸ਼ਾਹ ਵਣਜਾਰਾ ਜੀ। ਨਿਕਲੇ ਨਹੀਂ ਕੀਤੀ ਪਰਵਾਹ ਜਾਨ ਦੀ। ਸੌਖਾ ਸੀਗਾ ਸਾਧ ਸੰਗਤ ਜੀ ਭਾਈ ਜੈਤੇ ਵਾਸਤੇ 5 ਦਿਨ ਦਾ ਲੰਬਾ ਸਫ਼ਰ ਕਰਕੇ ਗੁਰੂ ਮਹਾਰਾਜ ਜੀ ਦਾ ਸੀਸ ਆਨੰਦਪੁਰ ਸਾਹਿਬ ਤੱਕ ਲੈ ਕੇ ਜਾਣਾ। ਉਹਨੇ ਇਹ ਵੀ ਪਰਵਾਹ ਨਹੀਂ ਕੀਤੀ ਕਿ ਰਸਤੇ ਦੇ ਵਿੱਚ ਜੇ ਮੈਨੂੰ ਕੁਝ ਹੋ ਗਿਆ ਤੇ ਮੇਰੇ ਗੁਰੂ ਦੇ ਸੀਸ ਦੀ ਕੌਣ ਰਖਵਾਲੀ ਕਰੇਗਾ। ਪਰ ਉਹਨੇ ਇਹ ਸੋਚਿਆ ਕਿ ਮਹਾਰਾਜ ਇਹ ਸੇਵਾ ਹੁਣ ਲੈ ਲਿਓ, ਜਿੱਥੇ ਮਰਜ਼ੀ ਤੱਕ ਪਹੁੰਚਾਇਓ, ਲੇਕਿਨ ਇਹ ਸੀਸ ਹੁਣ ਕਮਾਲ ਹੋਏਗਾ। ਉਹ ਭਾਈ ਜੈਤਾ ਸਾਰੇ ਹਿੰਦੁਸਤਾਨ ਨੂੰ ਬਚਾਉਣ ਵਾਲੇ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸ ਅਖੀਰਲੇ ਸਮੇਂ ਉਸ ਗੁਰੂ ਕੇ ਹੱਥ ਵਿੱਚ ਆਇਆ। ਉਸ ਗੁਰੂ ਕੇ ਸਿੱਖ ਨੇ ਉਸ ਸੀਸ ਦੀ ਸੇਵਾ ਕੀਤੀ। ਇੱਕ ਪਾਸੇ ਉਹ ਹੈ ਜੋ ਆਪਣੇ ਗੁਰੂ ਦੇ ਸੀਸ ਕਰਕੇ ਆਪਣੀ ਜਾਨ ਤਲੀ ਤੇ ਖੇਡ ਕੇ ਦੌੜੀ ਜਾਂਦਾ ਹੈ, ਦੌੜੀ ਜਾਂਦਾ ਹੈ, ਭੁੱਖਾ ਪਿਆਸਾ, ਨਾ ਨਹਾਣਾ, ਨਾ ਧੋਣਾ, ਨਾ ਪਾਣੀ, ਨਾ ਪ੍ਰਸ਼ਾਦਾ। ਔਰ ਇੱਕ ਪਾਸੇ ਅਸੀਂ ਹੈਗੇ ਹਾਂ ਪੱਗਾਂ ਬੰਨ ਕੇ, ਅਸੀਂ ਗੁਰੂ ਨਾਨਕ ਦਾ ਕਿੰਨਾ ਨਾਮ ਰੌਸ਼ਨ ਕਰ ਰਹੇ ਹਾਂ ਆਪਣੇ ਅਹੰਕਾਰ ਦੇ ਵਿੱਚ, ਆਪਣੇ ਗੁੱਸੇ ਦੇ ਵਿੱਚ। ਅਸੀਂ ਆਪਣੇ ਘਰਾਂ ਦੇ ਵਿੱਚ ਵੀ ਆਪਣੀ ਸਿੱਖੀ ਨੂੰ ਨਹੀਂ ਟਿਕਣ ਦੇ ਰਹੇ। ਸਾਧ ਸੰਗਤ ਜੀ ਬਾਹਰ ਤੇ ਬੜੀ ਦੂਰ ਦੀ ਗੱਲ, ਦੁਕਾਨ 'ਚ ਨੌਕਰ ਹੈਗੇ ਨਾ, ਸਾਰੇ ਕਾਰੋਬਾਰੀ ਬੰਦੇ ਬੈਠੇ ਆ। ਉਹ ਗਰੀਬ ਨੌਕਰ ਇਸ ਕਰਕੇ ਨਹੀਂ ਤੁਹਾਡੇ ਕੋਲ ਕੰਮ ਕਰ ਰਿਹਾ ਕਿ ਉਹਨੂੰ ਲੋੜ ਹੈ, ਭੁੱਲ ਜਾਈਏ। ਗੁਰੂ ਨਾਨਕ ਦੇ ਸਿੱਖ ਦੇ ਕੋਲ ਅਗਰ ਕੋਈ ਨੌਕਰ ਕੰਮ ਕਰ ਰਿਹਾ ਹੈ ਤੇ ਗੁਰੂ ਨਾਨਕ ਚਾਹੁੰਦਾ ਆ ਕਿ ਉਸ ਗਰੀਬ ਦਾ ਭਲਾ ਮੇਰਾ ਸਿੱਖ ਕਰ ਦੇਵੇ। ਇਹਦੀ ਪਵਿੱਤਰ ਕਮਾਈ ਕਰਕੇ ਉਹ ਵੀ ਕਿੱਥੇ ਅਗਲੇ ਜਨਮਾਂ ਵਿੱਚ ਸਿੱਖੀ ਹਾਸਲ ਕਰ ਲੂਗਾ, ਸਿੱਖੀ ਕਬੂਲ ਹੋ ਜਾਏਗੀ ਉਹਨੂੰ ਵੀ। ਇਹਦੀ ਪੜ੍ਹੀ ਹੋਈ ਗੁਰਬਾਣੀ, ਇਹਦੇ ਅੰਮ੍ਰਿਤ ਵੇਲੇ ਦੇ ਜਾਪ ਉਸ ਗਰੀਬ ਬੰਦੇ ਦੇ ਵੀ ਕੋਈ ਭਲਾ ਹੋ ਜਾਏਗਾ। ਜੇ ਸਿੱਖਾਂ ਦੇ ਘਰ ਦੇ ਵਿੱਚ ਕੋਈ ਪੈਟ ਹੈ ਨਾ, ਕੋਈ ਤੋਤਾ, ਕੋਈ ਬਿੱਲੀ, ਕੋਈ ਕੁੱਤਾ, ਇਹ ਨਾ ਸੋਚੀਏ ਅਸੀਂ ਆਪਣੇ ਸ਼ੌਕ ਨਾਲ ਲੈ ਆਇਆ। ਸਾਨੂੰ ਗੁਰੂ ਨਾਨਕ ਨੇ ਸੇਵਾ ਬਖਸ਼ੀ ਹੈ ਕਿ ਜਾ ਤੇਰਾ ਭਲਾ ਕਰਨ ਦਾ ਟਾਈਮ ਆ ਗਿਆ, 84 ਕੱਟਣ ਦਾ ਟਾਈਮ ਆ ਗਿਆ, ਤੈਨੂੰ ਸਿੱਖਾਂ ਦੇ ਘਰ ਭੇਜਦੇ ਆ ਜੋ ਬਾਣੀ ਪੜ੍ਹਦੇ ਆ, ਅੰਮ੍ਰਿਤ ਵੇਲੇ ਉੱਠਦੇ ਆ, ਅਗਲਾ ਜਨਮ ਤੇਰਾ। ਇਹ ਵਿਸ਼ਵਾਸ ਜੇ ਸਾਨੂੰ ਆਪਣੀ ਡਿਊਟੀ ਮਹਿਸੂਸ ਹੋ ਜਾਏਗੀ ਕਿ ਉਹ ਨੌਕਰ ਨੌਕਰ ਨਹੀਂ, ਔਰ ਨੌਕਰ ਗੁਰੂ ਦਾ ਭੇਜਿਆ ਹੋਇਆ ਮੇਰੇ ਸੇਵਾ ਕਰਨ ਦਾ ਇੱਕ ਮੌਕਾ ਆ, ਨੌਕਰ ਨਹੀਂ ਮੌਕਾ, ਫਿਰ ਸਭ ਕੁਝ ਪਿਆਰ ਵਿੱਚ ਬਦਲ ਜਾਏਗਾ। ਜੋ ਪ੍ਰਭ ਦਿੱਤੀ ਦਾਤ ਸਾ ਪੂਰਨ ਵਡਿਆਈ। ਇਹ ਦਾਤਾਂ ਦਿੱਤੀਆਂ ਹੋਈਆਂ ਲੇਕਿਨ ਵਡਿਆਈਆਂ ਮਹਾਰਾਜ ਦੇ ਚਰਨਾਂ ਦੇ ਵਿੱਚ। ਜਦੋਂ ਅਸੀਂ ਦਾਤ ਨਾਲ ਚਿੰਬੜ ਜਾਂਦੇ ਹਾਂ ਫਿਰ ਦਾਤਾਰਾ ਵਿਸਰ ਜਾਂਦਾ ਹੈ। ਸਦਾ ਸਦਾ ਗੁਣ ਗਾਈ ਹੈ ਜਪ ਨਾਮ ਮੁਰਾਰੀ। ਸਾਧ ਸੰਗਤ ਜੀ 1 ਮਿੰਟ 2 ਮਿੰਟ 4 ਮਿੰਟ 10 ਮਿੰਟ ਦੀ ਗੱਲਾਂ ਹੋਰ ਨੇ। ਸਾਨੂੰ ਗੁਰੂ ਮਹਾਰਾਜ ਹੁਕਮ ਕਰ ਰਹੇ ਨੇ ਸਦਾ ਸਦਾ ਗੁਣ ਗਾਈ ਹੈ। ਗੁਰੂ ਮਹਾਰਾਜ ਆਪ ਵੀ ਕਹਿ ਰਹੇ ਨੇ ਕਿ ਅਸੀਂ ਵੀ ਸਦਾ ਸਦਾ ਗੁਣ ਗਾ ਰਹੇ ਹਾਂ। ਤੁਸੀਂ ਸਾਨੂੰ ਹਰਮੰਦਰ ਸਾਹਿਬ ਬਖਸ਼ਿਆ, ਤੁਸੀਂ ਸਾਨੂੰ ਗੁਰਗੱਦੀ ਬਖਸ਼ੀ, ਅਸੀਂ ਵੀ ਸਦਾ ਸਦਾ ਗਾਈਏ, ਕੋਈ ਮੌਕਾ ਨਾ ਛੱਡੀਏ। ਇਸ਼ਨਾਨ ਕਰਦੇ ਵੇਲੇ, ਪ੍ਰਸ਼ਾਦਾ ਬਣਾਉਂਦੇ ਵੇਲੇ, ਡਰਾਈਵਿੰਗ ਕਰਦੇ ਵੇਲੇ, ਪੜ੍ਹਾਈ ਕਰਦੇ ਵੇਲੇ, ਕਾਲਜ ਜਾਂਦੇ ਹੋਏ, ਕੰਮ ਕਾਜ ਤੇ ਆਉਂਦੇ ਹੋਏ, ਸੁੱਤੇ ਹੋਏ ਵੀ 24 ਘੰਟੇ ਵਾਹਿਗੁਰੂ 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 ਟੇਪ ਰਿਕਾਰਡਰ ਤੇ ਲਾ ਕੇ ਰੱਖ ਦਈਏ। 1 ਸੈਕਿੰਡ ਵੀ ਇਹੋ ਜਿਹਾ ਨਾ ਹੋਵੇ ਕਿ ਸਾਡੇ ਕੰਨਾਂ ਦੇ ਵਿੱਚ ਜਾਂ ਸਾਡੇ ਮੁਖ ਦੇ ਵਿੱਚ ਵਾਹਿਗੁਰੂ ਨਾ ਹੋਵੇ। ਉਹ ਹੈ ਪ੍ਰੇਮ। ਜਦੋਂ ਨੇਮ ਦੇ ਨਾਲ ਪਿਆਰ ਹੋ ਜਾਂਦਾ ਨਾ ਸਾਧ ਸੰਗਤ ਜੀ, ਅਗਲੀ ਪੰਕਤੀ ਆ ਰਹੀ ਹੈ,
ਉਹ ਨੇਮ ਫਿਰ ਪ੍ਰੇਮ ਬਣ ਜਾਂਦਾ। ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ, ਨੇਮ ਬਖਸ਼ਿਸ਼ ਕਰਦੇ ਨੇ। ਅੰਮ੍ਰਿਤ ਵੇਲੇ ਉੱਠ ਕੇ 5-10 ਮਿੰਟ ਵਾਹਿਗੁਰੂ ਦਾ ਜਾਪ ਕਰੋ, 5-10 ਮਿੰਟ ਮੂਲ ਮੰਤਰ ਦਾ ਜਾਪ ਕਰੋ, 5 ਬਾਣੀਆਂ ਦਾ ਨਿਤਨੇਮ ਕਰੋ। ਸ਼ਾਮ ਨੂੰ ਰਹਿਰਾਸ ਸਾਹਿਬ, ਰਾਤ ਨੂੰ ਕੀਰਤਨ ਸੋਹਿਲੇ ਦਾ ਜਾਪ ਕਰੋ। ਇੱਕ ਨੇਮ ਹੈ, ਇੱਕ ਰੂਟੀਨ ਹੈ। ਬੱਚਾ ਸਕੂਲ ਜਾਂਦਾ ਹੈ, 0 ਪੀਰੀਅਡ, ਫਸਟ ਪੀਰੀਅਡ, ਸੈਕਿੰਡ ਪੀਰੀਅਡ, ਬ੍ਰੇਕ, ਉਸ ਤੋਂ ਬਾਅਦ 5th ਪੀਰੀਅਡ, ਫਿਰ ਛੁੱਟੀ। ਇੱਕ ਨੇਮ ਹੈ। ਲੇਕਿਨ ਇਹ ਨੇਮ ਨਿਭਾਉਂਦੇ 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 ਪ੍ਰੇਮ ਪੈ ਜਾਂਦਾ ਆ। ਫਿਰ ਗਿਣਤੀ ਮਿਣਤੀ ਤੋਂ ਬੰਦਾ ਪਰੇ ਹੋ ਜਾਂਦਾ। ਫਿਰ ਕਬੀਰ ਸਾਹਿਬ ਦੀ ਪੰਕਤੀ, ਕਬੀਰ ਮੇਰੀ ਸਿਮਰਨੀ ਰਸਨਾ ਉਪਰ ਨਾਮ। ਫਿਰ ਗਿਣਤੀ ਮਿਣਤੀ, ਫਿਰ ਪ੍ਰੇਮ ਵਿੱਚ, ਫਿਰ ਇੱਕ ਵਾਰੀ ਜਪਿਆ ਹੀ ਸਾਰੇ ਦਿਨ ਦਾ, ਫਿਰ ਪ੍ਰਵਾਨ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਹੋਏ, ਗਿਣਤੀ ਦੀ ਗੱਲ ਤੇ ਧਿਆਨ ਆਇਆ। ਉਹਨਾਂ ਦਾ ਪਿਆਰਾ ਗੁਰਸਿੱਖ 25 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰਦਾ ਸੀ ਸਾਧ ਸੰਗਤ ਜੀ। ਸੰਤ ਗਿਆਨੀ ਗੁਰਬਚਨ ਸਿੰਘ ਜੀ ਭਿੰਡਰਾਂ ਵਾਲੇ 12ਵੇਂ ਮੁਖੀ ਹੋਏ। ਇੱਕੋ ਇੱਕ ਸਾਡੀ ਪੰਥ ਦੀ ਇਹੋ ਜਿਹੀ ਸ਼ਖਸੀਅਤ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ 27 ਵਾਰ ਸੰਪੂਰਨ ਕਥਾ ਕੀਤੀ, ਲੜੀਵਾਰ 27 ਵਾਰ। ਉਹਨਾਂ ਦਾ ਪੜ੍ਹਾਇਆ ਹੋਇਆ ਸਟੂਡੈਂਟ ਮੋਗੇ ਦੇ ਵਿੱਚ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਡਿਊਟੀ ਕਰ ਰਹੇ ਸੀ, ਤੇ ਉਹਨਾਂ ਦਾ ਨੇਮ ਅੰਮ੍ਰਿਤ ਵੇਲੇ ਤੇ ਨਿਤਨੇਮ ਤੋਂ ਬਾਅਦ 25 ਪਾਠ ਜਪਜੀ ਸਾਹਿਬ ਦੇ ਕਰਨਾ। ਬਾਹਰ ਗੁਰਦੁਆਰਾ ਸਾਹਿਬ ਦੇ ਬਾਹਰ ਜਿਹੜਾ ਬਗੀਚਾ ਬਣਿਆ ਸੀ ਉਹਦੇ 'ਚ ਬਹਿ ਜਾਣਾ ਜਾਂ ਲੇਟ ਜਾਣਾ, ਆਪਣੀ ਮੌਜ ਦੇ ਵਿੱਚ 25 ਪਾਠ ਸਾਰਾ ਦਿਨ 'ਚ ਕਰਨੇ। ਇਸੀ ਪਿੰਡ ਦੇ ਵਿੱਚ ਇੱਕ ਘਰ ਸੀਗਾ, ਘਰ ਵਾਲਿਆਂ ਕੋਲ ਬੱਚਾ ਨਹੀਂ ਸੀਗਾ। ਅਕਸਰ ਜਦੋਂ ਬੰਦਾ ਤੰਗ ਹੁੰਦਾ ਤੇ ਸਾਰਿਆਂ ਕੋਲ ਜਾਂਦਾ। ਇਹ ਪਰਿਵਾਰ ਨੇ ਵੀ ਸੱਦੇ ਪੰਡਿਤ ਜੀ, ਉਹਨਾਂ ਨੇ ਜਾਪ ਕੀਤਾ। ਪੰਡਿਤ ਜੀ ਕਹਿੰਦੇ ਪੁੱਤਰ ਹੋਏਗਾ, ਅਗਲੇ ਸਾਲ ਆਉਣਗੇ। ਪੁੱਤਰ ਹੋਇਆ, ਸਾਰੇ ਬਹੁਤ ਖੁਸ਼ ਹੋਏ। ਜਦੋਂ ਜਨਮ ਤੇ ਆਏ ਤੇ ਕਹਿੰਦੇ ਪੁੱਤਰ ਦੇ ਦਿੱਤਾ, ਲੇਕਿਨ ਇਹਦੀ ਉਮਰ ਸਿਰਫ 5 ਸਾਲ ਦੀ ਹੋਏਗੀ। ਪਰਿਵਾਰ ਖੁਸ਼ ਵੀ ਸੀਗਾ, ਮਾਯੂਸ ਵੀ ਹੋ ਗਿਆ। ਹੁਣ ਪਰਿਵਾਰ ਮਹਾਰਾਜ ਦੇ ਚਰਨਾਂ 'ਚ ਬੇਨਤੀਆਂ ਕਰਨੀ ਸ਼ੁਰੂ ਕਰਦਾ, ਹੋਰ ਮਹਾਂਪੁਰਸ਼ਾਂ ਨੂੰ, ਪੀਰਾਂ ਨੂੰ, ਕੋਈ ਵੀ ਨਹੀਂ ਛੱਡਦੇ। ਕੋਈ ਦੱਸਦਾ ਹੈ ਕਿ ਇਹ ਸਿੰਘ 25 ਪਾਠ ਜਪਜੀ ਸਾਹਿਬ ਦੇ ਕਰਦੇ ਆ, ਇਹਨਾਂ ਨੂੰ ਵੀ ਬੁਲਾ ਕੇ ਪ੍ਰਸ਼ਾਦਾ ਛਕਾਓ ਤੇ ਬੇਨਤੀ ਕਰੋ। ਸਿੰਘ ਨੂੰ ਬੁਲਾਉਂਦੇ ਨੇ, ਪ੍ਰਸ਼ਾਦਾ ਛਕਾਉਂਦੇ ਨੇ। ਕਹਿੰਦੇ ਭਾਈ ਸਾਹਿਬ ਬੱਚਾ ਦਿੱਤਾ ਸਾਨੂੰ ਪੰਡਿਤ ਜੀ, ਸਾਡੀ ਬੜੀ ਮਿਹਰ ਹੋਈ ਹੈ ਸਾਡੇ ਉੱਪਰ, ਪਰ ਸਾਨੂੰ ਇਹ ਦੱਸਿਆ ਗਿਆ ਕਿ ਇਹ 5 ਸਾਲ, ਇਹਦੀ ਜੀਵਨ ਸਿਰਫ 5 ਸਾਲ ਦਾ ਹੈ। ਤੇ ਸਿੰਘ ਮਹਾਰਾਜ ਦੀ ਖੁਸ਼ੀ ਦੇ ਵਿੱਚ ਆ ਕੇ ਜਪਜੀ ਸਾਹਿਬ ਦੇ ਭਰੋਸੇ ਦੇ ਵਿੱਚ ਕਹਿੰਦਾ, ਤੁਹਾਨੂੰ ਸਾਰਿਆਂ ਨੂੰ ਪਤਾ ਹੈ ਮੇਰਾ ਨਿਤਨੇਮ 25 ਪਾਠ ਜਪਜੀ ਸਾਹਿਬ ਦਾ। ਉਹਨੂੰ ਡਬਲ ਵਧਾ ਦਿੰਦੇ ਆ, 50 ਸਾਲ ਦੀ ਉਮਰ ਗੁਰੂ ਨਾਨਕ ਦੇ ਘਰੋਂ ਤੁਹਾਡੇ ਬੱਚੇ ਨੂੰ ਦਿੱਤੀ। ਬੜੇ ਖੁਸ਼ ਹੋ ਜਾਂਦੇ ਆ। ਬੜੇ ਖੁਸ਼ ਹੋ ਜਾਂਦੇ ਆ। ਹੁਣ 2-4 ਸਾਲਾਂ ਬਾਅਦ ਪੰਡਿਤ ਜੀ ਨੂੰ ਯਾਦ ਹੈ ਵੀ ਇਸ ਘਰ ਦੇ ਵਿੱਚ ਬੱਚੇ ਨੇ ਪੂਰਾ ਹੋਣਾ, ਉਹਦਾ ਸ਼ਰਾਧ ਵਗੈਰਾ ਕੀਤਾ ਜਾਏਗਾ। ਕੋਈ ਵੀ ਇਸ ਗੱਲ ਨੂੰ ਨਾ ਨੈਗੇਟਿਵ ਨਾ ਲਿਓ। ਸਾਡੀ ਸਾਰਿਆਂ ਦੀ ਜੀਵਨ ਕਿਸੇ ਨਾ ਕਿਸੇ ਸਪਿਰਿਚੁਅਲ ਸਟੇਜ ਤੇ ਹੈ। ਕੋਈ ਪੌੜੀ ਪਹਿਲੀ ਤੇ ਹੈ, ਕੋਈ ਪੌੜੀ 10ਵੀਂ ਤੇ ਹੈ, ਕੋਈ ਪੌੜੀ ਪੰਜਾਬੀ ਤੇ ਹੈ। ਇਹ ਮਹਾਰਾਜ ਦੇ ਹੱਥ ਦੀ ਖੇਡ। ਪੰਡਿਤ ਜੀ ਆਉਂਦੇ ਨੇ 5ਵੇਂ-6ਵੇਂ ਸਾਲ, ਬੱਚਾ ਖੇਡਦਾ ਖੇਡਦਾ ਬਾਹਰ ਆ ਜਾਂਦਾ। ਅਰੇ ਇਹ ਇੱਥੇ ਹੀ ਹੈ। ਹਾਂਜੀ ਮਹਾਰਾਜ ਇੱਥੇ ਹੀ ਹੈ, ਤੁਸੀਂ ਦਿੱਤਾ ਸੀਗਾ, ਭੁੱਲ ਗਏ? ਮੈਂ ਤੇ ਦਿੱਤਾ ਸੀ, ਕਿਹਾ ਸੀ 5 ਸਾਲ। ਨਹੀਂ ਨਹੀਂ ਮਹਾਰਾਜ, ਨਹੀਂ ਇਹੋ ਨਾ ਹੁਣ ਨਾ ਕਹੋ, ਉਹਦੇ 50 ਸਾਲ ਦੀ ਉਮਰ ਮਹਾਰਾਜ ਨੇ ਬਖਸ਼ਿਸ਼ ਕਰਤੀ। ਅੱਛਾ ਕਿੰਨੇ ਕੀਤੀ? ਉਹ ਗੁਰਦੁਆਰਾ ਸਾਹਿਬ ਦੇ ਭਾਈ ਸਾਹਿਬ। ਕੌਣ ਹੈ ਇਹੋ ਜਿਹਾ? ਥੋੜੇ ਜਿਹੇ ਗੁੱਸੇ ਵਿੱਚ ਆ ਜਾਂਦਾ, ਅਕਸਰ ਹੁੰਦਾ ਨਾ, ਕੰਪੀਟੀਟਰ ਆ ਜਾਂਦਾ। ਇੱਕ ਦੁਕਾਨਦਾਰ ਦੇ ਨਾਲ ਦੂਸਰਾ ਦੁਕਾਨਦਾਰ ਆ ਗਿਆ ਤੇ ਕੰਪੀਟੀਸ਼ਨ। ਕੌਣ ਹੈ? ਪੰਡਿਤ ਜੀ ਜਾਉਂਦੇ ਨੇ, ਇਹ ਸਿੰਘ ਸਾਹਿਬ ਲੇਟੇ ਹੋਏ ਨੇ ਘਾਹ ਦੇ ਉੱਪਰ, ਜਪਜੀ ਸਾਹਿਬ ਦਾ ਜਾਪ ਕਰ ਰਹੇ ਨੇ, ਰਾਤੀ ਰੁੱਤੀ ਥਿੱਤੀ ਵਾਰ ਪਿਆਰ ਦੇ ਵਿੱਚ। ਇਹ 25 ਵਾਰ ਜਪਜੀ ਸਾਹਿਬ 5-5 ਮਿੰਟ ਵਾਲੇ ਨਹੀਂ ਸਾਧ ਸੰਗਤ ਜੀ, ਅੱਧਾ ਪੌਣਾ ਘੰਟਾ ਲਾ ਕੇ ਸਾਰਾ ਦਿਨ ਇੱਕ ਇੱਕ ਪੰਕਤੀ ਨੂੰ ਖੋਲ ਕੇ, ਇੱਕ ਇੱਕ ਅੱਖਰ ਨੂੰ ਖੋਲ ਕੇ ਪਿਆਰ ਦੇ ਵਿੱਚ। ਹਾਂਜੀ ਮੈਂ ਸੁਣਿਆ ਤੁਸੀਂ ਬੱਚੇ ਦੀ ਉਮਰ ਵਧਾਤੀ ਹੈ। ਕਿਹਦੇ ਕੋਲੋਂ ਪੁੱਛ ਕੇ ਵਧਾਈ? ਇਹ ਆਪਣਾ ਜਾਪ ਕਰ ਰਹੇ ਨੇ, ਰਾਤੀ ਰੁੱਤੀ ਥਿੱਤੀ ਵਾਰ ਪੌੜੀ ਸਮਾਪਤ ਕਰਦੇ ਨੇ।
ਪੰਡਿਤ ਜੀ ਥੋੜੇ ਜਿਹੇ ਗਰਮ ਹੁੰਦੇ ਨੇ। ਇਹ ਸਿੰਘ ਪੌੜੀ ਸਮਾਪਤ ਕਰਕੇ ਮੂੰਹ ਤੋਂ ਕਹਿੰਦਾ 60, 50 ਸਾਲ ਦਿੱਤੇ ਸੀ, ਕਹਿੰਦਾ 60। ਪੰਡਿਤ ਜੀ ਨੂੰ ਸਮਝ ਨਹੀਂ ਆਉਂਦਾ, ਥੋੜਾ ਜਿਹਾ ਹੋਰ ਗੁੱਸੇ ਹੋ ਜਾਂਦੇ ਨੇ ਕਰਕੇ ਸਿੰਘ ਬਾਣੀ ਪੜ੍ਹ ਰਿਹਾ, ਗੱਲ ਨਹੀਂ ਵਿੱਚੇ ਕਰ ਰਿਹਾ, ਅਗਲੀ ਪੌੜੀ ਸ਼ੁਰੂ ਕਰਤੀ। ਪੰਡਿਤ ਜੀ ਥੋੜਾ ਹੋਰ ਗੁੱਸੇ ਹੁੰਦੇ ਨੇ, ਸਿੰਘ ਸਾਹਿਬ ਰੁਕ ਕੇ ਫੇਰ ਕਹਿੰਦੇ ਨੇ 70। ਪੰਡਿਤ ਜੀ ਹੋਰ ਗੁੱਸੇ ਹੁੰਦੇ ਨੇ, ਹੁਣ ਇਸ ਵਾਰੀ ਆਪਣੇ ਪੈਰ ਦੇ ਨਾਲ ਸਿੰਘ ਦੇ ਲੱਤ ਨੂੰ ਠੋਡਾ ਮਾਰਦੇ ਨੇ। ਸਿੰਘ ਸਾਹਿਬ ਕਹਿੰਦੇ ਨੇ 80। ਪੰਡਿਤ ਜੀ ਹੋਰ ਗੁੱਸੇ ਹੁੰਦੇ ਨੇ, ਹੁਣ ਇਸ ਟਾਈਮ ਸਿੰਘ ਸਾਹਿਬ ਨੂੰ ਚਪੇੜ ਮਾਰ ਦਿੰਦੇ ਨੇ। ਫਿਰ ਸਿੰਘ ਸਾਹਿਬ ਉੱਠ ਕੇ ਬਹਿੰਦੇ ਨੇ, ਪੰਡਿਤ ਜੀ 90 ਸਾਲ ਇਹ ਪੁੱਤਰ ਜੀਏਗਾ, ਜਿਹਨੂੰ ਬੁਲਾਣਾ ਬੁਲਾ ਲੇ, ਕੋਈ ਨਹੀਂ ਲੈ ਕੇ ਜਾ ਸਕੇਗਾ ਇਹਨੂੰ। ਅੱਜ ਵੀ ਉਹ ਸ਼ਖਸ ਅੱਜ ਵੀ ਜਿੰਦਾ ਆ। ਸਾਧ ਸੰਗਤ ਜੀ, ਕਿਸੇ ਕੋਲ ਚਾਹੀਦਾ ਹੋਵੇ ਕੰਟੈਕਟ ਡਿਟੇਲ ਲੈ ਲਿਓ, ਇਹ ਇਤਿਹਾਸ ਕਿਤਾਬਾਂ ਵਿੱਚ ਵੀ ਲਿਖਿਆ ਹੋਇਆ, ਔਰ ਉਹ ਬੱਚਾ ਹਜੇ ਵੀ ਜਿੰਦਾ ਹੈ। ਇਹ ਹੈ ਬਖਸ਼ਿਸ਼ ਇੱਕ ਸੱਚੀ ਦਾੜੀ ਵਾਲੇ ਸਿੱਖ ਦੀ। ਇਹ ਕੋਈ ਕਰਾਮਾਤ ਨਹੀਂ ਹੈ ਸਾਧ ਸੰਗਤ ਜੀ, ਇਹ ਗੁਰੂ ਦਾ ਭਰੋਸਾ ਆ। ਇਹ ਗੁਰੂ ਨਾਨਕ ਦੀ ਬਾਣੀ ਤੇ ਅਟੁੱਟ ਭਰੋਸਾ ਆ। ਸਤਿਗੁਰੂ ਮੇਰਾ ਮਾਰ ਜੀ ਵਾਲੇ, ਇਸ ਭਰੋਸੇ ਦੇ ਵਿੱਚ ਸਾਨੂੰ ਸਾਰਿਆਂ ਨੂੰ ਆਣਾ ਹੈ। ਇਹ ਭਰੋਸੇ ਤੋਂ ਬਿਨਾਂ ਗੱਲ ਨਹੀਂ ਬਣੇਗੀ। ਬੀਬੀਆਂ ਦਾਲ ਬਣਾਉਂਦੀਆਂ ਨਾ, ਤੋਂ ਵਿੱਚੇ ਵਿੱਚੇ ਟੇਸਟ ਕਰਦੀਆਂ, ਦਾਲ ਗਲ ਗਈ, ਉਹ ਦਾਲ ਦੇ ਦਾਣਿਆਂ ਨੂੰ ਦਬਾ ਕੇ ਦੇਖਦੀਆਂ, ਚਾਵਲ ਗਲ ਗਏ, ਦਾਲ ਗਏ। ਜਦੋਂ ਤੱਕ ਇਹ ਭਰੋਸਾ ਨਹੀਂ ਆਏਗਾ, ਉਹ ਦਾਲ ਨਹੀਂ ਗਲੇਗੀ, ਗੱਲ ਨਹੀਂ ਬਣੇਗੀ। ਨੇਮ ਨਿਬਾਹਿਓ ਸਤਿਗੁਰੂ ਪ੍ਰਭ ਕਿਰਪਾ ਧਾਰੀ। ਮਹਾਰਾਜ ਨੇ ਕਿਰਪਾ ਕੀਤੀ, ਸਾਡਾ ਨੇਮ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸਾਡਾ ਨੇਮ ਸਾਡੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਨੇ ਪ੍ਰਭੂ ਦੀ ਕਿਰਪਾ ਦੇ ਨਾਲ ਪੂਰਾ ਕੀਤਾ। ਸਾਨੂੰ ਇਹ ਦਾਤ ਬਖਸ਼ਿਸ਼ ਕੀਤੀ ਕਿ ਹਰਿਮੰਦਰ ਸਾਹਿਬ ਦੀ ਸੇਵਾ ਸਾਡੇ ਕੋਲੋਂ ਲਈ। ਔਰ ਸਾਧ ਸੰਗਤ ਜੀ, ਇਹਨਾਂ ਹੀ ਸ਼ਬਦਾਂ ਕਰਕੇ, ਇਸੀ ਨਿਮਰਤਾ ਕਰਕੇ ਅੱਜ ਦਰਬਾਰ ਸਾਹਿਬ ਸਿੱਖਾਂ ਦੀ ਇੱਕ ਸਿਰਮੌਰ ਪੂਜਨੀਕ ਅਸਥਾਨ ਹੈਗਾ ਹੈ। ਨਾਮ ਧਨ ਗੁਣ ਗਾਓ, ਲਾਭ ਪੂਰੈ ਗੁਰ ਦਿੱਤਾ। ਅਸੀਂ ਦੁਨਿਆਵੀ ਤੌਰ ਤੇ ਹਰੇਕ ਚੀਜ਼ ਦੀ ਪ੍ਰੋਫਿਟੇਬਿਲਿਟੀ ਲੱਭਦੇ ਹਾਂ। ਬੀਬੀਆਂ ਬੈਠੀਆਂ ਆ 10 ਰੁਪਏ 5 ਰੁਪਏ ਦੀ ਸਬਜ਼ੀ ਲੈਣ ਵਾਸਤੇ ਵੀ ਅਸੀਂ ਦੇਖਦੇ ਹਾਂ ਕਿ ਕੋਈ ਕੀੜੇ ਵਾਲੀ ਸਬਜ਼ੀ ਨਾ ਲੈ ਲਈਏ, ਭਿੰਡੀ ਤਰਕਾਰੀ ਜਿਹੜੀ ਲੈਣੀ ਹੈ। ਉੱਥੇ ਅਸੀਂ ਪ੍ਰੋਫਿਟੇਬਲ ਲਾਭ ਲੱਭਦੇ ਹਾਂ ਕਿ ਮੇਰੇ ਪੈਸੇ 2-4 ਬਚ ਜਾਣ। ਪਰ ਇਸ ਘਰ ਦੇ ਵਿੱਚ ਆ ਕੇ ਅਸੀਂ ਉਹ ਲਾਭ ਨਹੀਂ ਲੈ ਪਾਉਂਦੇ, ਅਸੀਂ ਵਪਾਰੀ ਬਣ ਜਾਂਦੇ ਹਾਂ। ਮਹਾਰਾਜ ਇਹ ਦਊਂਗੇ ਤੇ ਇਹ ਲਓਗੇ, 5 ਮਿੰਟ ਦਾ ਸਮਾਂ ਹੈ, 5 ਮਿੰਟ ਤੋਂ ਬਾਅਦ ਜਾਣਾ ਹੈ, ਬਸ ਇੰਨਾ ਹੀ ਸਮਾਂ ਅਸੀਂ ਕੱਢਣਾ ਹੈ। ਇਹ ਨਹੀਂ ਕਿ ਮਹਾਰਾਜ ਅੱਜ ਖੁੱਲਾ ਸਮਾਂ, ਕਿਰਪਾ ਕਰਿਓ 6 ਘੰਟੇ ਬਿਠਾ ਕੇ ਜਾਪ ਕਰਵਾ ਲਿਓ। ਸਾਧ ਸੰਗਤ ਜੀ, ਇੱਕ ਆਈ ਐਮ ਨਾਟ ਕੰਪੇਅਰਿੰਗ ਐਨੀਵਨ, ਪਰ ਬਾਹਰਲੀ ਸੰਗਤਾਂ ਦੇ ਮਨਾਂ ਦੇ ਵਿੱਚ ਨਾ ਗੁਰੂ ਪ੍ਰਤੀ ਭਾਵਨਾ ਬੜੀ ਜ਼ਬਰਦਸਤ ਹੈ। ਉਹ ਆਪਣੇ ਘਰਾਂ ਤੋਂ 2-2 3-3 ਘੰਟੇ 4-4 ਘੰਟੇ ਲੈ ਕੇ ਹੀ ਨਿਕਲਦੇ ਆ। ਇਹੋ ਜਿਹੇ ਵੀ ਗੁਰਸਿੱਖ ਪਿਆਰੇ ਨੇ, ਜੇ ਕੋਈ ਪ੍ਰਕਰਨ ਕਥਾ ਦਾ ਕੀਰਤਨ ਦਾ ਸ਼ੁਰੂ ਹੋ ਗਿਆ ਤੇ ਕੰਮ ਦੀ ਛੁੱਟੀਆਂ ਲੈ ਲੈਂਦੇ ਨੇ, ਈਮੇਲ ਮੈਸੇਜ ਕਰ ਦਿੰਦੇ ਨੇ ਕੰਮ ਤੇ ਨਹੀਂ ਆ ਰਹੇ, ਚੌਰ ਸਾਹਿਬ ਵੀ ਕਰੀ ਜਾਣਗੇ ਮਹਾਰਾਜ ਨੂੰ, ਮਹਾਰਾਜ ਅੱਜ ਤੇਰੇ ਭਰੋਸੇ ਪਿਆਰੇ, ਅੱਜ ਦਾ ਦਿਨ ਤੇਰੇ ਲਈ। ਸ਼ਰਧਾ ਭਾਵਨਾ ਦੀ ਬੜੀ ਪਿਆਰੀ ਇੱਕ ਪੂੰਜੀ ਉਹਨਾਂ ਕੋਲ ਹੈਗੀ, ਇੱਥੇ ਵੀ ਸਿੱਖਾਂ ਕੋਲ ਹੈਗੀ। ਪਰ ਬਾਹਰਲੀ ਸੰਗਤ ਦਾ ਝੁਕਾਵ ਪ੍ਰੇਮ ਵੱਲ ਜ਼ਿਆਦਾ ਹੈ, ਨੇਮ ਵੱਲ ਥੋੜਾ ਜਿਹਾ ਘੱਟ ਹੈ। ਸੋ ਇਹ ਧਨ ਜਿਹੜਾ ਆ ਸਭ ਤੋਂ ਜ਼ਿਆਦਾ ਲਾਭਦਾਇਕ ਧਨ ਹੈ। ਇਸ ਦਰਬਾਰ 'ਚ ਬੈਠੇ ਰਹਿਣਾ, ਭਾਵੇਂ 12-12 ਘੰਟੇ 24-24 ਘੰਟੇ ਬਹਿਣ ਦਾ ਮੌਕਾ ਮਿਲੇ, ਬੈਠੇ ਰਹਿਣਾ, ਬੈਠੇ ਰਹਿਣਾ, ਬੈਠੇ ਰਹਿਣਾ। ਅਸੀਂ ਘੜੀਆਂ ਦੇਖਦੇ ਹਾਂ, ਲੇਕਿਨ ਮਹਾਰਾਜ ਕਹਿ ਰਹੇ ਨੇ ਲਾਭ ਪੂਰਾ ਗੁਰ ਦਿੱਤਾ। ਇਹੀ ਲਾਭ ਹੈ। ਵਣ ਜਾਰੇ, ਅਖੀਰਲੀ ਪੰਕਤੀ ਹੈ ਸਾਧ ਸੰਗਤ ਜੀ, ਵਣ ਜਾਰੇ ਸੰਤ ਨਾਨਕਾ ਪ੍ਰਭ ਸਾਹ ਅਮਿੱਤਾ। ਸੰਤ ਸਾਧੂ ਮਹਾਪੁਰਸ਼ਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਇੱਥੋਂ ਖਟਿਆ ਹੋਇਆ ਪ੍ਰੋਡਕਟ ਕਦੀ ਐਕਸਪਾਇਰ ਨਹੀਂ ਹੋਏਗਾ, ਇੱਥੋਂ ਲਈ ਹੋਈ ਦਵਾਈ ਕਦੀ ਐਕਸਪਾਇਰ ਨਹੀਂ ਹੋਏਗੀ, ਸਾਰੀ ਜ਼ਿੰਦਗੀ ਤੋਂ ਬਾਅਦ ਵੀ ਚਲਦੀ ਰਹੇਗੀ।
ਇਹ ਮਹਾਂਪੁਰਸ਼ਾਂ ਸਾਧੂਆਂ ਨੂੰ ਪਤਾ ਹੈ, ਕਿਉਂਕਿ ਪ੍ਰਭ ਸਾਹੋ ਅਮਿਤਾ, ਕਿਉਂਕਿ ਪ੍ਰਭੂ ਜਿਹੜਾ ਸ਼ਾਹ, ਇਹ ਬਿਜ਼ਨਸਮੈਨ ਜਿਹੜਾ ਆ, ਇਹਦੇ ਪ੍ਰੋਡਕਟ ਵਰਗੇ ਪ੍ਰੋਡਕਟ ਕਿਸੇ ਕੋਲ ਹੈ ਹੀ ਨਹੀਂ ਦੁਨੀਆ ਦੇ ਵਿੱਚ। ਇਹੀ ਇਹੋ ਜਿਹੇ ਯੂਨੀਕ ਪ੍ਰੋਡਕਟ ਨੇ ਗੁਰਬਾਣੀ ਦੇ ਸ਼ਬਦ, ਗੁਰਬਾਣੀ ਦਾ ਵਿਚਾਰ, ਜੀਵਨ ਜਾਂਚ, ਇਤਿਹਾਸ, ਜੋ ਦੁਨੀਆ ਦੇ ਵਿੱਚ ਕਿਸੇ ਹੋਰ ਬਿਜ਼ਨਸਮੈਨ ਦੇ ਕੋਲ ਨਹੀਂ ਹੈ। ਇਸੇ ਕਰਕੇ ਇਹ ਪ੍ਰੋਡਕਟ ਸਾਨੂੰ ਲੈਣੇ ਚਾਹੀਦੇ ਆ, ਇਹ ਪ੍ਰੋਡਕਟਾਂ ਨਾਲ ਆਪਣਾ ਜੀਵਨ ਜੀਣਾ ਚਾਹੀਦਾ ਹੈ। ਜੋ ਮੰਗੇ ਠਾਕੁਰ ਆਪਣੇ ਤੇ, ਸੋਈ ਸੋਈ ਦੇਵੈ। ਸੋਚੈ ਸੋਚ ਨਾ ਹੋਵਈ, ਨਹੀਂ ਸੋਚਣ ਦੀ ਲੋੜ, ਛੱਡ ਦਈਏ। ਬਿਜ਼ਨਸ ਚੱਲਣਾ ਹੈ, ਚਲਾ ਦੇਣਾ ਹੈ, ਜੋ ਲਿਖਵਾਇਆ ਉਸ ਤੋਂ ਜ਼ਿਆਦਾ ਨਹੀਂ ਲੈ ਕੇ ਆ ਸਕਦੇ। ਗੁਰੂ ਤੇ ਇੰਨਾ ਪਿਆਰਾ ਸਾਧ ਸੰਗਤ ਜੀ, ਬਿਨਾਂ ਮੰਗੇ ਹੀ ਮੋਤੀ ਦੇਈ ਜਾਂਦਾ, ਬਿਨਾਂ ਮੰਗੀ ਸਾਡੇ ਹੱਥ ਪੈਰ ਸਲਾਮਤ ਨੇ। ਦਾਸ ਵੀਲ ਚੇਅਰ ਤੇ ਹੈਗਾ, ਆਪ ਜੀ ਸਾਰੇ ਦੋ ਲੱਤਾਂ ਤੇ ਹੈਗੇ, ਉਹੀ ਬੜਾ ਵੱਡਾ ਸ਼ੁਕਰਾਨਾ ਹੈ, ਉਹੀ ਬੜਾ ਵੱਡਾ ਸ਼ੁਕਰਾਨਾ। ਅਸੀਂ ਬਾਥਰੂਮ ਵੀ ਆਪੇ ਨਹੀਂ ਜਾ ਸਕਦੇ, ਇੰਨਾ ਹੀ ਬਹੁਤ ਸ਼ੁਕਰ ਹੈ ਸਾਰਿਆਂ ਵਾਸਤੇ। ਕਰੋਨਾ ਦੇ ਵਿੱਚ ਨਹੀਂ ਮਰੇ, ਬਚ ਗਏ, ਇੰਨਾ ਹੀ ਬਹੁਤ ਸ਼ੁਕਰ ਹੈ ਕਿ ਮਹਾਰਾਜ ਤੂੰ ਬਚਾ ਲਿਆ। ਲੋਕਾਂ ਨੂੰ ਤੇ ਅੰਤਿਮ ਸੰਸਕਾਰ ਕਰਨ ਵਾਸਤੇ ਲੱਕੜਾਂ ਵੀ ਨਸੀਬ ਹੋਈਆਂ। ਸੋ ਸਾਧ ਸੰਗਤ ਜੀ, ਅਖੀਰਲੀ ਪੰਕਤੀਆਂ 2 ਵਾਰੀ ਪੜ੍ਹ ਕੇ ਸਮਾਪਤੀ ਕਰਦੇ ਆ। ਸਾਰੀ ਸੰਗਤ ਦਾ, ਹੈਡ ਗ੍ਰੰਥੀ ਸਾਹਿਬਾਨ ਜੀ ਦਾ, ਸਾਰੇ ਸੇਵਾਦਾਰਾਂ ਦਾ, ਪ੍ਰਬੰਧਕਾਂ ਦਾ ਬੇਅੰਤ ਬੇਅੰਤ ਸ਼ੁਕਰਾਨਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਸ਼ੁਕਰਾਨਾ। ਮਹਾਰਾਜ ਗਲਤੀਆਂ ਭੁੱਲਾਂ ਸਾਡੀਆਂ ਬਖਸ਼ ਲੈਣ। ਅਸੀਂ ਇੱਕ ਭਾਵਨਾ ਨਾਲ ਆਏ ਸੀ ਕਿ 5 ਵਾਰੀ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਜਾਪ ਸੰਗਤ ਰੂਪ 'ਚ ਕਰਨਾ ਹੈ। ਆਪਾਂ 1 ਮਿੰਟ 'ਚ ਕਰਕੇ ਫਿਰ ਸਮਾਪਤੀ ਕਰਦੇ ਹਾਂ। ਪਹਿਲੇ ਪੰਕਤੀ ਅਖੀਰਲੀ ਪੜ੍ਹ ਕੇ ਫਿਰ ਗੁਰੂ ਮਹਾਰਾਜ ਦਾ ਜਾਪ। ਨਾਮ ਧਨ ਗੁਣ ਗਾਓ, ਲਾਭ ਪੂਰੈ ਗੁਰ ਦਿੱਤਾ। ਵਣਜਾਰੇ ਸੰਤ ਨਾਨਕਾ, ਪ੍ਰਭ ਸਾਹੁ ਅਮਿਤਾ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਧੰਨ ਧੰਨ ਗੁਰੂ ਤੇਗ ਬਹਾਦਰ, ਧੰਨ ਧੰਨ ਗੁਰੂ ਤੇਗ ਬਹਾਦਰ। ਸੋ ਸਾਧ ਸੰਗਤ ਜੀ, ਇੰਨੀ ਸੇਵਾ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।